नाय बहोरी। तेग बहादुर परम कृपाला, परम कृपाला। श्री गुरु गोबिंद सिंह विसाला। तरु तरा पर पुन पुन सीसा, पुन पुन सीसा। बंदो बार बार जगदीसा। जिसमें अमृत ज्ञान है, मानक भगत वैराग। श्री गुरु ग्रंथ साहिब उदद, बंदो कर अनुराग। गुर का शब्द कमाए जिन, जीते पंच विकार। तिन संतन को वंदना, सिर चरणन पर तार। एकंकारा सतगुरु, तै प्रसाद सच होए। वाहिगुरु जी की फतेह है, विघ्न विनाशन सोए। कहाँ बुध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप लियो तुम कथा सुधारी। हम ना सकत कर सिफत तुम्हारी, आप लियो तुम कथा सुधारी। सतनाम श्री वाहिगुरु साहिब जियो दोहरा। साखी बोता सिंह की सुनी रतन सिंह काना। सिंगण की निंदिया सुनत, जिन की नौ शीस कुर्बान। साखी बोता सिंह की सुनी रतन सिंह काना। वाहिगुरु जी का खालसा, वाहिगुरु जी की फतेह। भाई साहब भाई रतन सिंह जी भंगू, ਮਹਿਤਾਬ ਸਿੰਘ ਜੀ ਦੇ ਪੋਤੇ, ਬਹੁਤ ਤਰਤੀਬ ਦੇ ਨਾਲ ਇਤਿਹਾਸ ਨੂੰ ਕਲਮਬੰਦ ਕਰ ਰਹੇ ਕਿ ਉਸ ਵੇਲੇ ਸਿੱਖਾਂ ਦੇ ਨਾਲ, ਸਿੰਘਾਂ ਦੇ ਨਾਲ ਕੈਸਾ ਕੈਸਾ ਜ਼ੁਲਮ ਹੋ ਰਿਹਾ ਸੀ। ਦਾਸ ਫਿਰ ਇਸ ਗੱਲ ਨੂੰ ਰਿਪੀਟ ਕਰਦਾ ਕਿ ਹਿਸਟਰੀ ਇਜ਼ ਵੈਰੀ ਇੰਪੋਰਟੈਂਟ। ਧਿਆਨ ਰੱਖਣਾ, ਹਿਸਟਰੀ ਰਿਪੀਟਸ ਇਟਸੈਲਫ। ਜਿਹੜੀ ਇਤਿਹਾਸ ਹੁੰਦਾ ਹੈ, ਇਹਦੀ ਕੜੀ ਰਿਪੀਟ ਕਰਦੀ ਹੈ। ਧਿਆਨ ਰੱਖਣਾ, ਬਾਰ-ਬਾਰ ਰਿਪੀਟ ਕਰਦੀ ਹੈ ਕਿ ਜੀਵਨ ਦੇ ਵਿੱਚ ਇਹਨਾਂ ਤੋਂ ਸਿੱਖਾਂ ਨੇ ਬਹੁਤ ਸਾਰੀਆਂ ਹਾਲੇ ਜਾਚਾਂ ਸਿੱਖਣੀਆਂ ਨੇ। ਸਿੱਖ ਕਿਵੇਂ ਆਪਣੇ ਅੰਦਰ ਉਹ ਅਵਸਥਾ ਪੈਦਾ ਕਰਦੇ ਸੀ, ਜੇ ਇਕੱਲਾ ਵੀ ਸਿੱਖ ਹੁੰਦਾ ਤੇ ਡਰਦਾ ਨਹੀਂ ਸੀ, ਉਹਨੇ ਮੌਤ ਨੂੰ ਪ੍ਰਵਾਨਿਆ ਹੁੰਦਾ ਸੀ। ਧਿਆਨ ਰੱਖਣਾ, ਮਹਾਰਾਜ ਦੀ ਇਸ ਬਹੁਤ ਸੁੰਦਰ ਸ਼ਬਦ ਦੀ ਬਾਣੀ ਹੈ। ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। जे जीवे पत लथी जाए, सब हराम जेता किछ खाए। ऐसी ऐसी धारणा गुरु ग्रंथ साहिब जी महाराज जी की बाणी तो उन्होंने जीवन दे विच अपने उतारी हुई सी। जीवन का उन्हों का अवस्था वैसी ढल गई सी, बनी हुई सी। सो महाराज की इस गल नूं विचारियो। अज असी बाणी पढ़ते हैं पर समझते नहीं, सुनते ही नहीं। ध्यान रखना, पढ़ते सारे, ध्यान रखना। जपजी साहब पढ़ते हैं, बिना सुने बिना समझे पढ़ते होंगे। यानी सुने का अर्थ समझते हो कि जो जपजी साहब पढ़ते होंगे सुनने वास्ते पढ़ते होंगे, पर साडा मन कुछ होर सुनता होता है। जपजी साहब का भोग पै जाता है, मन किते होर घूमता होता है। ख्याल किया कदे कदे जीवन के विच रह रस पढ़ते होंगे, असीं शुरू कर दें रह रस, आरंभ कर दें, बहुत तैयार होके चौंकड़ा मार के हाथ पैर धो के बैठते हैं। ध्यान रखना, जिस वेले आरंभ करते हैं जपजी साहब तो आप फिर सूदर के पाठ में आरंभ करते हैं, सुरत उस वेले बाहर चली जाती। यानी सुरत का कोई ध्यान नहीं रखता सिख, सुरत का कोई मन के फिक्र नहीं है किसी सिख नूं। ध्यान रखना, जद कि महाराज का वचन है सुरत शब्द भव सागर तरीए, नानक नाम खाने। सच्चे पातशाह कहते साकत नार शब्द सुरत क्यों पाइए।
ਸ਼ਬਦ ਸੁਰਤ ਬਿਨ ਆਈਏ ਜਾਏ। ਅੱਜ ਇੱਕ ਬਹੁਤ ਛੋਟੀ ਜੀ ਗੱਲ ਦਾਸ ਤੁਹਾਡੇ ਬੱਚੇ ਕਰਦਾ ਹੈ। ਆ ਜਿਹੜੇ ਬੱਚੇ ਪਾਠ ਕਰ ਰਹੇ ਨੇ ਨਾ, ਮੇਰੇ ਵੱਲ ਦੇਖੋ ਬੇਟਾ, ਆ ਜਿਹੜੇ ਬੱਚੇ ਪਾਠ ਕਰ ਰਹੇ ਨੇ, ਇੱਥੇ ਇੱਕ ਕਮਰਾ ਹੈ ਤੁਹਾਡੇ ਨਾਲ, ਉੱਥੇ ਬੈਠ ਕੇ ਮਹਾਰਾਜ ਦੇ ਦਰਬਾਰ 'ਚ ਪਾਠ ਕਰਿਆ ਕਰੋ। ਜਿਸ ਵੇਲੇ ਇਹ ਮਾਈਕ ਚੱਲਦਾ ਹੁੰਦਾ, ਇੱਥੇ ਪਾਠ ਕਰਨ ਨਾਲ ਸੁਰਤ ਨਹੀਂ ਜੁੜੇਗੀ, ਯਾਦ ਰੱਖਣਾ। ਜਿਹੜੇ ਸਿੰਘ ਬਨਾਲ ਬੈਠੇ ਹੁੰਦੇ ਉਹਨਾਂ ਦੀ ਸੁਰਤ ਵੀ ਇੱਧਰ ਉੱਧਰ ਖਿੰਡਦੀ ਹੈ। ਸੋ ਦਾਸ ਬੇਨਤੀ ਕਰਦਾ ਬੱਚਿਆਂ ਨੂੰ ਸਪੈਸ਼ਲ, ਜਿਤਨੇ ਵੀ ਬੱਚੇ, ਬਹੁਤ ਅੱਛਾ ਹੈ ਤੁਸੀਂ ਪਾਠ ਕਰਦੇ ਹੋ, ਪਾਠ ਕਰਨਾ ਚਾਹੀਦਾ ਹੈ। ਅਸੀਂ ਪਾਠ ਕਰਨ ਦੇ ਖਿਲਾਫ ਨਹੀਂ ਆ, ਪਰ ਸ਼ਬਦ ਸੁਰਤ ਦੇ ਹਿੱਤ ਵਿੱਚ ਧਿਆਨ ਰੱਖਣਾ ਕਿ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਤੁਹਾਡੀ ਸੁਰਤ ਨਹੀਂ ਜੁੜੇਗੀ। ਆਹ ਦੋ ਗੱਲਾਂ ਚੱਲਦੀਆਂ ਹੋਣਗੀਆਂ, ਇੱਧਰੋਂ ਸਪੀਕਰ ਚੱਲਦਾ ਹੋਊਗਾ, ਤੁਹਾਡੀ ਪਾਠ ਦੀ ਸੁਰਤ ਹੋਏਗੀ ਨਹੀਂ ਲੱਗੇਗੀ। ਸੋ ਦਾਸ ਫੇਰ ਬੇਨਤੀ ਕਰਦਾ ਬੱਚਿਆਂ ਨੂੰ ਕਿ ਆਹ ਕਮਰਾ ਖੁੱਲ੍ਹਾ ਬੇਟਾ, ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਜਾਂ ਇੱਧਰ ਨੂੰ ਸਨਮੁਖ ਹੋ ਕੇ ਤੁਸੀਂ ਪਾਠ ਅੰਦਰ ਬੈਠ ਕੇ ਕਰੋ, ਜ਼ਰੂਰ ਕਰੋ। ਸੋ ਬੇਨਤੀ ਫੇਰ ਸੁਣ ਲਿਓ ਕਿ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਮੇਰੀ ਗੱਲ ਸੁਣ ਰਹੀ ਹੈ ਬੇਟੇ? ਮੇਰੀ ਗੱਲ ਆ ਗਈ ਤੁਹਾਡੇ ਕੰਨਾਂ 'ਚ? ਜ਼ਰੂਰ ਸੁਣੋ, ਨਹੀਂ ਤਾਂ ਆਪਾਂ ਉਲੰਘ ਜਾਂਦੇ ਹਾਂ। ਅਸੀਂ ਉਲੰਘਣਾ ਨਹੀਂ ਚਾਹੀਦਾ। ਇਹ ਕਿਸੇ ਦੀ ਬੇਇੱਜ਼ਤੀ ਨਹੀਂ ਹੈ, ਇਹ ਕੇਵਲ ਜੀਵਨ ਦਾ ਇੱਕ ਡਾਇਰੈਕਸ਼ਨ ਹੈ ਜੋ ਸਿੱਖ ਨੇ ਗੁਰੂ ਜੀ ਤੋਂ ਲੈਣਾ ਹੈ, ਧਿਆਨ ਰੱਖਣਾ। ਸੋ ਆਓ ਇਸ ਸ਼ਬਦ ਨੂੰ ਫਿਰ ਤੋਂ ਆਪਾਂ ਭਾਈ ਸਾਹਿਬ ਦਾ ਇਤਿਹਾਸ ਜੋ ਚੱਲ ਰਿਹਾ ਹੈ, ਇਹਨੂੰ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਾਖੀ ਬੋਤਾ ਸਿੰਘ ਕੀ ਸੁਣੀ ਰਤਨ ਸਿੰਘ ਕਾਨ। ਕਹਿੰਦੇ ਇਹ ਸਾਖੀ ਜਿਹੜੀ ਬੋਤਾ ਸਿੰਘ ਦੀ ਸੀ, ਰਤਨ ਸੁਣਾਣੇ ਕੰਨੀ ਸੁਣੇ ਸੀ। ਸਿੰਘਣ ਕੀ ਨਿੰਦਿਆ ਸੁਣਤ ਜਨ ਕੀਨੋ ਸੀਸ ਕੁਰਬਾਨ। ਲੋਕ ਸਿੰਘਾਂ ਦੀ ਖਾਲਸੇ ਦੀ ਨਿੰਦਿਆ ਕਰਦੇ ਹੁੰਦੇ ਸੀ, ਧਿਆਨ ਰੱਖਣਾ। ਆਹ ਅੰਮ੍ਰਿਤ ਛਕ ਕੇ ਕੀ ਕਰ ਲੂਗਾ। ਇੱਥੇ ਵੀ ਅਸੀਂ ਦੇਖਿਆ ਬਹੁਤ ਸਾਰੇ ਜਿਨ੍ਹਾਂ ਨੇ ਨਸ਼ੇ ਕੀਤੇ ਹੁੰਦੇ ਨੇ ਨਾ, ਉਹ ਤੁਰੇ ਫਿਰਦੇ ਨੇ ਇੱਥੇ ਵੀ, ਆਹ ਮਾਲਾਂ 'ਚ ਵੀ ਤੁਰੇ ਫਿਰਦੇ ਨੇ। ਸਿੰਘ ਨੂੰ ਦੇਖਦੇ ਨੇ ਹੋਰ ਹੀ ਕੁਝ ਬੋਲ ਕੇ ਜਾਂਦੇ ਨੇ। ਉਹ ਗੱਲ ਯਾਦ ਰੱਖਿਓ, ਐਸਾ ਪਹਿਲਾਂ ਵੀ ਚੱਲਦਾ ਰਿਹਾ। ਜੀਵਨ ਵਿੱਚ ਨਿੰਦਿਆ ਭਲੀ ਕਿਸੇ ਕੀ ਨਾਹੀ, ਮਨੁੱਖ ਮੁਗਧ ਕਰਨ ਮੋਹ ਕਾਲੇ ਤਿੰਨਾ ਨਿੰਦਕਾਂ, ਨਰਕੇ ਘੋਰ ਪਵਨ। ਸੱਚੇ ਪਾਤਸ਼ਾਹ ਨੇ ਸਾਨੂੰ ਇਸ ਗੱਲਾਂ ਤੋਂ ਵਰਜਿਆ ਕਿ ਕਿਸੇ ਦੀ ਉਸਤਤ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ। ਕਹਿੰਦੇ ਐਸੀ ਨਿੰਦਿਆ ਉਸ ਵੇਲੇ ਖਾਲਸੇ ਪੰਥ ਦੇ ਜਿਹੜੇ ਸਿੰਘ ਹੁੰਦੇ ਸੀ ਉਹਨਾਂ ਨੂੰ ਇਹ ਨਿੰਦਦੇ ਹੁੰਦੇ ਸੀ। ਮੁਗਲ ਵੀ ਨਿੰਦਦੇ ਹੁੰਦੇ ਸੀ, ਵਿੱਚੇ ਹਿੰਦੂ ਵੀ ਨਿੰਦਦੇ ਹੁੰਦੇ ਸੀ। ਅੱਜ ਵੀ ਐਸੇ ਹਿੰਦੂ ਵੀਰ ਨੇ ਜੀਵਨ ਦੇ ਵਿੱਚ। ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੇ ਹਿੰਦੂ ਵੀਰ ਐਸੇ ਨੇ, ਅਸੀਂ ਕਹਿੰਦੇ ਐਸਾ ਪਹਿਲਾਂ 22 ਧਾਰ ਦੇ ਰਾਜੇ ਵੀ ਕਰਦੇ ਰਹੇ। ਧਿਆਨ ਰੱਖਣਾ, 22 ਧਾਰ ਦੇ ਜਿਹੜੇ ਰਾਜੇ ਸੀ ਉਹ ਜੀਵਨ ਦੇ ਵਿੱਚ ਆਪਣੇ ਹੰਕਾਰ ਦੇ ਰਾਹੀਂ ਨਿੰਦਦੇ। ਧਿਆਨ ਰੱਖਣਾ, ਉਹਨਾਂ ਦਾ ਹੰਕਾਰ ਸੀ ਕਿ ਅਸੀਂ ਰਾਜਪੂਤ ਹੁੰਨੇ ਆ, ਅਸੀਂ ਨੀਵੀਂ ਜਾਤੀਆਂ ਦੇ ਨਾਲ ਕਿਵੇਂ ਬੈਠਾਂਗੇ। ਧਿਆਨ ਰੱਖਣਾ, ਜਦ ਕਿ ਇੱਥੇ ਮਹਾਰਾਜ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ, ਆਪਾਂ ਸਭ ਇੱਕ ਰੱਬ ਦੇ ਬੱਚੇ ਆ। ਜਿਵੇਂ ਰੱਬ ਸਭ ਦੇ ਵਿੱਚ ਵਸਦਾ ਹੈ ਤੇ ਸਭ ਦੇ ਨਾਲ ਰਹਿੰਦੇ ਨੇ, ਸਿੱਖ ਨੇ ਉਹ ਇਨਕਲਕੇਟ ਕਰਨਾ ਹੈ, ਉਸ ਕਲਚਰ ਨੂੰ ਆਪਣੇ ਅੰਦਰ ਡਿਵੈਲਪ ਕਰਨਾ ਹੈ ਕਿ ਸਿੱਖ ਨੇ ਜਿਉਂਦਿਆਂ ਜੀ ਰੱਬ ਵਰਗਾ ਹੋਣਾ ਹੈ। ਜਿਉਂਦਿਆਂ ਜੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਦੋਂ ਘੱਟ ਆਪਣੇ ਜੀਵਨ ਦਾ ਨਿਰਣੇ ਨਹੀਂ ਲੈਣਾ ਜੀ, ਨਹੀਂ ਲੈਣਾ। ਅਸੀਂ ਕਿਸੇ ਬੁੱਤ ਦੀ ਪੂਜਾ ਨਹੀਂ ਕਰਦੇ, ਅਸੀਂ ਹਰ ਜਿਉਂਦੇ ਬੁੱਤਾਂ ਦੇ ਵਿੱਚ ਰੱਬ ਨੂੰ ਦੇਖਦੇ ਹਾਂ। ਇਹ ਕੀ ਕਰਦੇ ਨੇ? ਇਹ ਜਿਸ ਵੇਲੇ ਸਰੀਰ ਮਰ ਜਾਂਦਾ ਹੈ, ਕਿਸੇ ਵੀ ਮਹਾਪੁਰਸ਼ ਦਾ, ਕਿਸੇ ਵੀ ਸੰਤ ਮਹਾਤਮਾ ਦਾ, ਕਿਸੇ ਵੀ ਅਵਤਾਰ ਪੁਰਸ਼ ਦਾ, ਇਹ ਫਿਰ ਉਹਨਾਂ ਦੇ ਬੁੱਤ ਬਣਾ ਕੇ ਪੂਜਦੇ ਨੇ। ਐਸਾ ਸਿੱਖੀ ਜਗਤ ਵਿੱਚ ਨਹੀਂ ਹੈ। ਅਸੀਂ ਜਿਉਂਦੇ ਰੱਬ ਦੀ ਪੂਜਾ ਕਰਦੇ ਹਾਂ। ਅਸੀਂ ਬੰਦੇ ਦੇ ਵਿੱਚ ਜਿਉਂਦੇ ਬੰਦੇ ਨੂੰ ਰੱਬ ਵਰਗਾ ਬਣਨ ਦਾ ਧਿਆਨ ਰੱਖ ਕੇ ਉਹਦੇ ਨਾਲ ਬਚਨ ਕਰਦੇ ਹਾਂ। ਧਿਆਨ ਰੱਖਣਾ, ਜਦੋਂ ਕੋਈ ਵੀ ਬੱਚਾ ਕੰਮ ਕਰਦਾ ਹੋਵੇ ਉਹਨੂੰ ਰੱਬ ਨਾਲ ਮਿਲਣ ਵਾਸਤੇ ਮਾਤਾ ਪਿਤਾ ਬੰਧਨ ਨਾ ਬਣਨ, ਨਹੀਂ ਤਾਂ ਮਾਤਾ ਹੀ ਤੇ ਪਿਤਾ ਹੀ ਬੰਧਨ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰਨਾਰ। ਕਹਿੰਦੇ ਜਿਹੜੇ ਬੰਧਨ ਮਾਤਾ ਪਿਤਾ ਜੇ ਬਣ ਜਾਣ, ਉਹਦਾ ਅਰਥ ਹੈ ਕਿ ਬੰਧਨ ਦਾ ਅਰਥ ਹੈ ਕਿ ਜਦੋਂ ਬੱਚਾ ਕੋਈ ਕੰਮ ਕਰਦਾ ਹੋਵੇ ਉਹਨੂੰ ਰੱਬ ਵਰਗਾ ਬਣਨ ਦਾ ਪ੍ਰਯਾਸ ਮਾਤਾ ਪਿਤਾ ਨੇ ਦੇਣਾ ਹੈ। ਗੁਰਬਾਣੀ ਤੋਂ ਆਪ ਸਿੱਖਣਾ ਹੈ ਤੇ ਜਦੋਂ ਵੀ ਕੰਮ ਕਰਦੇ ਨੇ ਮਾਤਾ ਪਿਤਾ ਭੁੱਲ ਕੇ ਨਹੀਂ ਕਹਿਣਾ ਮੈਂ ਕੀਤਾ, ਭੁੱਲ ਕੇ ਵੀ ਐਸਾ ਬੱਚੇ ਦੇ ਕੰਨ ਵਿੱਚ ਗੱਲ ਨਹੀਂ ਪੈਣ ਦੇਣੀ। ਤੇ ਜਿਸ ਵੇਲੇ ਬੱਚੇ ਨਾਲ ਗੱਲਬਾਤ ਕਰੋ ਜਾਂ ਉਹਨਾਂ ਨਾਲ ਤੁਸੀਂ ਜ਼ਿਕਰ ਕਰੋ ਤੇ ਉਹਨਾਂ ਨੂੰ ਕਹੋ ਜੀ ਰੱਬ ਨੇ ਕਰਾਇਆ ਤਾਂ ਹੋ ਰਿਹਾ, ਜੇ ਰੱਬ ਨਾ ਕਰਾਵੇ ਮੈਂ ਨਾ ਕਰ ਸਕਾਂ। ਐਸਾ ਸਿੱਖਾਂ ਦੇ ਘਰਾਂ ਦੇ ਵਿੱਚ ਰੱਬ ਨੂੰ ਯਾਦ ਰੱਖਣ ਦਾ 24 ਘੰਟੇ ਤੁਸੀਂ ਦੇਖੋ, 8 ਪਹਿਰ ਸਿਮਰਨਾ ਰੱਬ ਨੂੰ, ਸਵਾਸ ਸਵਾਸ ਸਿਮਰਨਾ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਇੱਕ ਦਮ ਵੀ ਬਿਰਥਾ ਨਹੀਂ ਜਾਣਨਾ।
ਉਹ ਜਿਹੜੀ ਟੈਕਨੀਕ ਹੈ ਨਾ ਰੱਬ ਨੂੰ ਯਾਦ ਕਰਨ ਦੀ ਆਪਣੇ ਵਿੱਚ ਤੇ ਦੂਜੇ ਵਿੱਚ, ਉਹ ਅਸੀਂ ਭੁੱਲ ਨਹੀਂ ਗਏ ਜੀ। ਵਿਚਾਰ ਕਰੋ, ਮਹਾਰਾਜ ਕਹਿੰਦੇ ਅਸੀਂ ਉਸ ਤੋਂ ਬਹੁਤ ਦੂਰ ਚਲੇ ਗਏ ਹਾਂ। ਐ ਗੁਰਸਿੱਖੋ, ਜਹ ਜਹ ਪੇਖੋ ਤਹ ਹਜੂਰ, ਦੂਰ ਕਤੋ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ। ਜਿਹੜਾ ਰੱਬ, ਜੇ ਮੇਰੇ ਵਿੱਚ ਰੱਬ ਰਿਹਾ, ਸਭ ਦੇ ਵਿੱਚ ਉਹੀ ਰੱਬ ਰਿਹਾ ਨਾ। ਕਹਿੰਦੇ ਉਸ ਨੂੰ ਆਪਣੇ ਮਨ ਨੇ ਧਿਆਉਣਾ ਹੈ। ਮਹਾਰਾਜ ਦੀ ਪੰਕਤੀ ਬਹੁਤ ਧਿਆਨ ਨਾਲ ਆਪਣੇ ਸੁਰਤ ਵਿੱਚ ਵਸਾਇਓ। ਮਹਾਰਾਜ ਕਹਿੰਦੇ ਰੱਬ ਰਿਹਾ ਸਰਬੱਤਰ ਮੈਂ, ਮਨ ਸਦਾ ਧਿਆਈ। ਕਿਵੇਂ ਅਰਥ ਕਰੋਗੇ ਦੱਸੋ? ਵਿਚਾਰੋਗੇ ਤਾਂ ਹੀ ਅਰਥ ਬਣੇਗਾ ਨਾ। ਸੋ ਖਿਆਲ ਕਰਿਓ, ਅਸੀਂ ਇੱਕਦਮ ਨਹੀਂ ਵਿਸਾਰਨਾ, ਇੱਕ ਤਿਲ ਵੀ ਰੱਬ ਨੂੰ ਨਹੀਂ ਵਿਸਾਰਨਾ, ਆਪਣੇ ਵਿੱਚ ਤੇ ਦੂਜੇ ਵਿੱਚ ਵੀ। ਚਾਹੇ ਕਿਸੇ ਜਾਤੀ ਦਾ ਬੰਦਾ ਹੋਵੇ, ਭੁੱਲ ਕੇ ਨਹੀਂ ਕਹਿਣਾ ਇਸ ਬੰਦੇ ਨੇ ਕੰਮ ਕਰ ਦਿੱਤਾ। ਇਹ ਸਿੱਖ ਦੇ ਬਚਨ ਨਹੀਂ ਹਨ, ਇਹ ਸਿੱਖਣ ਵਾਲੇ ਦੇ ਬਚਨ ਨਹੀਂ ਹਨ, ਇਹ ਗੁਰੂ ਵਾਲੇ ਸਿੱਖ ਦੇ ਬੱਚੇ ਬਚਨ ਨਹੀਂ ਹਨ। ਜਿਹੜਾ ਗੁਰੂ ਨਾਲ ਰੋਜ਼ ਜੁੜਦਾ ਹੋਵੇ ਤੇ ਆਪਣੇ ਆਪ ਨੂੰ ਸਿੱਖ ਕਹਾ ਕੇ ਸਿੱਖਣ ਵਾਸਤੇ ਗੁਰਦੁਆਰੇ ਆਵੇ, ਉਹ ਸਿੱਖੇ ਨਾ, ਉਹ ਇਹ ਨਾ ਸਿੱਖ ਪਾਏ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸਾਡਾ ਇੱਕ ਇੱਕ ਪਲ ਪਤਾ ਨਹੀਂ, ਅਗਲਾ ਸਵਾਸ ਕਿਸੇ ਨੂੰ ਵੀ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ। ਪਤਾ ਕਿਸੇ ਨੂੰ? ਆਪਣਾ ਉਹ ਸਵਾਸ ਸਫਲਾ ਕਿਵੇਂ ਹੋ ਸਕਦਾ ਹੈ? ਐਸਾ ਅੱਠੋ ਪਹਿਰ ਅਸੀਂ ਕਿਵੇਂ ਰੱਬ ਨੂੰ ਯਾਦ ਕਰ ਸਕਦੇ ਹਾਂ? ਉਹ ਜਿਹੜੀ ਜਾਂਚ ਹੈ ਨਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਸਿੱਖ ਨੂੰ ਮਿਲਦੀ ਹੈ। ਧਿਆਨ ਰੱਖਣਾ, ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ ਤੇ ਬਾਣੀ ਨੂੰ ਗੁਰੂ ਮੰਨਣਾ। ਚਾਹੇ ਕਿਸੇ ਵੀ ਦੇਹ ਵਿੱਚ ਇਹ ਮਹਾਰਾਜ ਦੀ ਬਾਣੀ ਆਈ ਹੈ ਰੱਬ ਦੀ, ਕਹਿੰਦੇ ਉਸ ਦੇਹ ਦੀ ਪੂਜਾ ਨਹੀਂ ਕਰਨੀ, ਉਹਦੇ ਬੁੱਤ ਨਹੀਂ ਬਣਾਉਣੇ। ਚਾਹੇ ਦਸਵੇਂ ਪਾਤਸ਼ਾਹੀ ਦੀ ਫੋਟੋ ਕਿਉਂ ਨਾ ਹੋਵੇ, ਉਹਨਾਂ ਨੂੰ ਸੋਨੇ ਦੇ ਨਾਲ ਬਣਾ ਕੇ ਹੀਰੇ ਜੜਾ ਦਿਓ ਤਾਂ ਵੀ ਸਿੱਖ ਨੇ ਉਹਨੂੰ ਮੱਥਾ ਨਹੀਂ ਟੇਕਣਾ। ਧਿਆਨ ਰੱਖਣਾ, ਇਹ ਸਿੱਖ ਮਰਿਆਦਾ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਉਸ ਰੱਬ ਦੀ ਬੰਦਗੀ ਕਰੋ ਜਿਹੜਾ ਰੱਬ ਦੀ ਬੰਦਗੀ ਨਾਨਕ ਪਾਤਸ਼ਾਹ ਖੁਦ ਕਰਦੇ ਸੀ। ਸਾਰੇ ਪਾਤਸ਼ਾਹੀਆਂ ਉਸ ਦੀ ਬੰਦਗੀ ਕਰਦੇ ਸੀ। ਉਹ ਰੱਬ ਕੈਸਾ ਸੀ? ਕਹਿੰਦੇ ਉਸ ਮਨ ਨੂੰ ਪੁੱਛੋ ਪਹਿਲਾਂ ਕਿ ਮੇਰੇ ਮਨਾ, ਜੇ ਤੈਂ ਬੰਦਗੀ ਕਰਨੀ, ਤੇਰੀ ਕੋਈ ਬੁੱਤ ਬਣਾ ਸਕਦਾ ਹੈ? ਤੂੰ ਆਪਣੀ ਫੋਟੋ ਲੈ ਸਕਦਾ, ਬਣਾ ਸਕਦਾ ਹੈ? ਜੇ ਤੂੰ ਨਹੀਂ ਬਣਾ ਸਕਦਾ, ਰੱਬ ਦੀ ਫੋਟੋ ਬਣਾਉਣ ਤੇ ਕਿਉਂ ਤੁਲਿਆ ਹੋਇਆ ਹੈ? ਕਿਉਂ ਗੁੰਮਰਾਹ ਹੋ ਰਹੇ ਹੈ? ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ? ਕਹਿੰਦੇ ਇਸ ਮਨ ਕੋ ਜੀਵਨ ਦੇ ਵਿੱਚ ਵਿਚਾਰਿਓ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾਉ ਨਿਤ ਪਾਈ। ਇਸ ਮਨ ਕੋ ਰੂਪ ਨਾ ਰੇਖਿਆ ਕਾਈ। ਇਸ ਮਨ ਦੀ ਕੋਈ ਰੂਪ ਰੇਖਾ ਨਹੀਂ ਹੈ, ਉਸ ਰੱਬ ਦੀ ਵੀ ਰੂਪ ਰੇਖਾ ਨਹੀਂ ਹੈ। ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ, ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜਹਰਾ। ਕਹਿੰਦੇ ਇਸ ਬੰਦੇ ਦੇ ਵਿੱਚ ਤੂੰ ਰੱਬ ਨੂੰ ਦੇਖ। ਆ ਜਿਹੜਾ ਦੀਦਾ ਹੈ ਨਾ ਬੰਦਾ, ਇਹ ਰੱਬ ਹੈ। ਰੱਬ ਇੱਥੇ ਤੱਕ ਤੇਰੀ ਨਿਗਾਹ ਵਰਤਣੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਐਸਾ ਜਾਣਨਾ, ਹਰੇਕ ਵਿੱਚ ਰੱਬ ਨੂੰ ਧਿਆਉਣਾ ਤੇ ਆਪਣੇ ਵਿੱਚ ਧਿਆਉਣਾ ਸਿੱਖਣਾ। ਜਿਹੜਾ ਬੰਦਾ ਆਪਣੇ ਵਿੱਚ ਰਮੇ ਹੋਏ ਰਾਮ ਦੀ ਬੰਦਗੀ ਹਰ ਸਵਾਸ ਕਰਦਾ ਹੈ, ਆਪਣੇ ਆਪ ਨੂੰ ਨਹੀਂ ਜਨਾਉਂਦਾ ਤੇ ਰੱਬ ਨੂੰ ਜਨਾਏ ਬਿਨਾ ਬੋਲਦਾ ਨਹੀਂ ਹੈ, ਐਸਾ ਬੋਲ ਰੱਬ ਦਾ ਨਾਮ ਹੈ। ਯਾਦ ਰੱਖਣਾ, ਯਾਨੀ ਰੱਬ ਦਾ ਜ਼ਿਕਰ ਕਰਨਾ ਹੈ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ, ਜਿਹੜੇ ਜੀਵਨ ਦੇ ਵਿੱਚ ਐਸੀ ਅਵਸਥਾ ਨੂੰ ਪ੍ਰਾਪਤ ਕਰਦੇ ਨੇ, ਉਹਨਾਂ ਦਾ ਜੋ ਬੋਲਿਆ ਹੁੰਦਾ ਹੈ ਉਹ ਗਿਆਨ ਛੇਤੀ ਹੁੰਦਾ ਹੈ। ਉਹਨਾਂ ਨੂੰ ਐਸੇ ਗਿਆਨ ਦੇ ਬੋਲਾਂ ਨੂੰ ਜੋ ਸੁਣਦਾ ਹੈ ਉਹ ਰੱਬ ਦਾ ਨਾਮ ਸੁਣਦਾ ਹੈ। ਐਸੇ ਬੋਲਾਂ ਨੂੰ ਸੁਣ ਕੇ ਜਿਹੜਾ ਦੇਖਦਾ ਹੈ ਮਨ ਕਰਕੇ, ਉਹਨੂੰ ਫਿਰ ਰੱਬ ਦਾ ਧਿਆਨ ਬਣਾਉਂਦਾ ਹੈ। ਮਹਾਰਾਜ ਕਹਿੰਦੇ ਭਾਈ, ਐਸੀ ਅਵਸਥਾ ਨੂੰ ਜੇਤਾ ਬੋਲਣ ਤੇਤਾ ਗਿਆਨ ਹੈ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਆ ਸਿੱਖਣੇ ਕਹਿੰਦੇ ਜੀਵਨ ਵਿੱਚ ਐਸਾ। ਭਾਈ ਸਾਹਿਬ ਹੁਣ ਇੱਥੇ ਜ਼ਿਕਰ ਕਰ ਰਹੇ ਨੇ, ਜਦੋਂ ਲੋਕਾਂ ਨੇ ਇਹਨਾਂ ਦੀ ਨਿੰਦਿਆ ਕੀਤੀ, ਕਹਿੰਦੇ ਉਹਨਾਂ ਨੇ ਮਰਨਾ ਪ੍ਰਵਾਨ ਕਰ ਲਿਆ ਹੈ। ਚੌਪਈ ਜਤੀ ਸਤੀ ਥੋ ਪ੍ਰਣ ਕੋ ਪੂਰੋ। ਕਹਿੰਦੇ ਉਹ ਜਤੀ ਤੇ ਸਤੀ ਸਨ ਤੇ ਪ੍ਰਣ ਦੇ ਪੂਰੇ ਸਨ। ਜੋ ਬਚਨ ਕਰਦੇ ਉਹ ਤਾਂ ਖਿਸਕਦੇ ਹੀ ਨਹੀਂ ਸੀ। ਕਹਿੰਦੇ ਬਚਨ ਕਰੇ, ਕਹਿੰਦੇ ਤੇ ਖਿਸਕ ਜਾਏ ਸੋਈ ਨਰ ਕੱਚਾ। ਕਹਿੰਦੇ ਜੀਵਨ ਜਿਹੜਾ ਇੱਕ ਵਾਰ ਮੂੰਹ ਚੋਂ ਬਚਨ ਕਰਦੇ ਨਾ, ਉਹ ਤਾਂ ਮੁੜਦੇ ਨਹੀਂ ਸੀ ਵਾਪਸ। ਧਿਆਨ ਰੱਖਣਾ, ਅਸੀਂ ਤਾਂ ਬਾਰ-ਬਾਰ ਐਸੀਆਂ ਗਲਤ ਕਰ ਕਰਕੇ ਸੌਰੀ ਕਰਦੇ ਹਾਂ। ਸੌਰੀ ਦੀ ਕੋਈ ਵੈਲਿਊ ਨਹੀਂ ਹੈ ਇੱਥੇ। ਯਾਦ ਰੱਖਣਾ, ਜਦੋਂ ਤੁਸੀਂ ਬੋਲ ਜਾਂਦੇ ਹੋ ਉਸ ਵੇਲੇ ਹੀ ਵਿਚਾਰ ਕਰਕੇ ਬੋਲਣਾ ਹੈ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਿਆ ਕਰਨਾ ਨਹੀਂ ਸੁਮਾਰ। ਯਾਦ ਰੱਖਣਾ, ਇੱਥੇ ਮਜ਼ਾਕ ਨਹੀਂ ਹੈ ਸ਼ਬਦਾਂ ਰਾਹੀਂ। ਇੱਥੇ ਅਸੀਂ ਮਜ਼ਾਕ ਰੋਜ਼ ਕਰਦੇ ਹਾਂ ਤੇ ਆਪਣੇ ਸ਼ਬਦਾਂ ਦਾ ਮੁੱਲ ਖਤਮ ਕਰ ਲੈਂਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ, ਤੁਹਾਡਾ ਬੋਲ ਰੱਬ ਦਾ ਬੋਲ ਬਣਨਾ ਹੈ। ਐਸੇ ਬੋਲ ਨੂੰ ਅਸੀਂ ਮੱਥਾ ਟੇਕਦੇ ਹਾਂ ਜਿਨ੍ਹਾਂ ਦੇ ਵਿੱਚ ਰੱਬ ਦਾ ਬੋਲ ਬਣਿਆ ਹੈ।
ਉਹਨਾਂ ਨੂੰ ਰੋਜ਼ ਸੁਣਦੇ ਆ, ਜਾਂ ਤਾਂ ਸਾਡੇ ਸੁਣਨ ਵਿੱਚ ਗਲਤੀ ਹੈ, ਜਾਂ ਸਾਡੇ ਸਮਝਣ ਵਿੱਚ ਗਲਤੀ ਹੈ, ਜਾਂ ਫਿਰ ਸਾਡੇ ਕਮਾਉਣ ਵਿੱਚ ਗਲਤੀ ਹੈ। ਧਿਆਨ ਰੱਖੋ, ਅਸੀਂ ਇਸ ਗੱਲ ਨੂੰ ਵਿਚਾਰੋ। ਬਾਣੀ ਨੂੰ ਰੋਜ਼ ਸੁਣੋ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅੱਲਾ ਵਿੱਚ ਬਿਰਥਾ ਜਨਮ ਪ੍ਰਾਣੀ। ਸੱਚੇ ਪਾਤਸ਼ਾਹ ਜੀ ਦਾ ਇਸ ਬਚਨ ਨੂੰ ਕਮਾਉਣ ਵਾਲੇ ਸਿੰਘ ਸਨ। ਗੁਰ ਕੋ ਸੇਵਕ ਦਿਲ ਕੋ ਸੂਰੋ। ਕਹਿੰਦੇ ਉਹ ਗੁਰ ਕੋ ਸੇਵਕ ਸੀ, ਦਿਲੋਂ ਸੂਰਬੀਰ ਸਨ। ਉਹ ਜਿਹੜਾ ਸ਼ਬਦ ਕਮਾਉਂਦਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ। ਜਿਹੜਾ ਸ਼ਬਦਾਂ ਨੂੰ ਕਮਾਉਂਦਾ ਉਹੀ ਸੂਰਬੀਰ ਹੁੰਦਾ ਹੈ ਜੀ। ਬੋਤਾ ਸਿੰਘ ਤਾਸ ਕੋ ਨਾਮ। ਕਹਿੰਦੇ ਉਹਨਾਂ ਦਾ ਨਾਂ ਸੀ ਬੋਤਾ ਸਿੰਘ। ਆਪਾਂ ਨੇ ਇਤਿਹਾਸ ਸੁਣਿਆ। ਕਹਿੰਦੇ ਉਹਨਾਂ ਦਾ ਨਾਲ ਇੱਕ ਸਾਥੀ ਅੱਗੇ ਆਊਗਾ ਜਿਹਨੂੰ ਗਰਜਾ ਸਿੰਘ ਕਹਿੰਦੇ ਨੇ। ਧਿਆਨ ਰੱਖੋ, ਐਸੇ ਸ਼ਬਦਾਂ ਨੂੰ ਹੁਣ ਆਪਾਂ ਨੇ ਬਹੁਤ ਅੱਛੇ ਤਰੀਕੇ ਨਾਲ ਪਿਕ ਕਰਨਾ ਹੈ। ਕੈਸੀ ਉਹਨਾਂ ਦੀ ਬਿਰਤੀ ਸੀ, ਕਿਵੇਂ ਬਣੀ ਉਹਨਾਂ ਦੀ ਬਿਰਤੀ, ਕਿਉਂ ਨਹੀਂ ਉਹ ਮਰਨ ਤੋਂ ਡਰਦੇ ਸੀ। ਕਹਿੰਦੇ ਕਿ ਉਹਨਾਂ ਨੇ ਗੁਰੂ ਦਾ ਬਚਨ ਕਮਾਇਆ ਸੀ ਕਿ ਪਹਿਲਾ ਮਰਨ ਕਬੂਲ, ਪਹਿਲਾ ਮਰਨ ਕਬੂਲ। ਜੀਵਨ ਕੀ ਛੰਡਾਸ ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਉਹਨਾਂ ਨੇ ਬਚਨ ਕਮਾਇਆ ਸੀ, ਮਰਨੇ ਤੇ ਜਗਤ ਡਰੇ, ਜੀਵਿਆਂ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੇ, ਹੁਕਮੇ ਪੂਜੇ ਸੋਏ ਨਾਨਕ, ਐਸੀ ਮਰਨੀ ਜੋ ਮਰੈ ਤਾਂ ਸਤ ਜੀਵਨ। ਐਸਾ ਬਚਨ ਕਮਾਇਆ ਸੀ। ਅਸੀਂ ਸੁਣ ਕੇ ਕਮਾਉਂਦੇ ਨਹੀਂ ਹਾਂ, ਅਸੀਂ ਤਾਂ ਪਹਿਲਾਂ ਪਾਠਦੇ ਤੇ ਸੁਣਦਾ ਮਨ ਕੁਝ ਹੋਰ ਹੀ ਹੁੰਦਾ ਹੈ। ਧਿਆਨ ਰੱਖਣਾ, ਸਾਰਾ ਪਾਠ ਕਰ ਦਿੰਦਾ ਤੇ ਆਪਣੇ ਆਪ ਨੂੰ ਸਿੱਖ ਕਹਾਉਣੇ ਆ। ਐ ਗੁਰਸਿੱਖੋ, ਐਸੇ ਉਹ ਬਚਨਾਂ ਦੇ ਬਲੀ ਸਨ। ਮਾਝੇ ਮੈਥੋ ਤਾਕੋ ਗ੍ਰਾਮ। ਕਹਿੰਦੇ ਉਹਨਾਂ ਦਾ ਗ੍ਰਾਮ ਮਾਝੇ ਦੇ ਵਿੱਚ ਤਰਨ ਤਾਰਨ ਤੁਸੀਂ ਦੇਖਿਆ, ਉੱਥੋਂ ਦੇ ਉਹ ਰਹਿਣ ਵਾਲੇ ਸਨ। ਜਬੈ ਦੀਏ ਥੇ ਸਿੰਘ ਵਹੁ ਮਾਰ। ਕਹਿੰਦੇ ਜਿਸ ਵੇਲੇ ਉਸ ਵੇਲੇ ਸਿੰਘਾਂ ਨੂੰ ਮੁਗਲਾਂ ਨੇ ਬਹੁਤ ਮਾਰਨ ਦੀ ਕੋਸ਼ਿਸ਼ ਕੀਤੀ, ਮਾਰਿਆ ਵੀ ਹੈ। ਧਿਆਨ ਰੱਖਣਾ, ਜ਼ੁਲਮ ਕਮਾਏ ਉਹਨਾਂ ਨੇ। ਦਿਸੇ ਨਾ ਸੁਣੀਏ ਮਹੀਨੇ 4। ਕਹਿੰਦੇ 4 ਮਹੀਨੇ ਹੋ ਗਏ, ਇੱਕ ਵੀ ਸਿੱਖ ਨਹੀਂ ਮਿਲਿਆ, ਦਿਖਿਆ ਨਹੀਂ, ਨਾ ਸੁਣਿਆ ਕਿ ਸਿੱਖ ਹਾਲੇ ਵੀ ਹੈਗੇ। ਇੰਨਾ ਅਤਿਆਚਾਰ ਉਸ ਵੇਲੇ ਹੋ ਰਿਹਾ ਸੀ। ਕਹੈ ਸਿੰਘ ਸਭ ਮਰ ਗਲ ਗਏ। ਕਹਿੰਦੇ ਉਹ ਕਹਿੰਦੇ ਸੀ, ਲੋਕ ਕਹਾਵਤਾਂ ਨੇ ਪਾਈਆਂ ਹੋਈਆਂ ਕਿ ਹੁਣ ਤਾਂ ਸਿੰਘਾਂ ਨੂੰ ਮਾਰਦਾ ਮੁਗਲਾਂ ਨੇ, ਉਹ ਦਲਮਲ ਹੋ ਗਏ, ਖਤਮ ਹੋ ਗਏ। ਤੁਰਕਨ ਸਿੰਘ ਖਪਾਏ ਸੋ ਦਏ। ਕਹਿੰਦੇ ਤੁਰਕਾਂ ਨੇ ਸਿੰਘਾਂ ਨੂੰ ਖਪਾ ਦਿੱਤਾ, ਹੁਣ ਮਿਟਾ ਦਿੱਤਾ। ਹੁਣ ਵੀ ਜਿਵੇਂ ਬੋਲੀਆਂ ਬੋਲਦੇ ਨੇ ਨਾ, ਅਸੀਂ ਸਿੱਖਾਂ ਨੂੰ ਖਤਮ ਕਰ ਦੇਣਾ, ਸਿੱਖ ਖਤਮ ਕਰਤੇ ਅਸੀਂ, ਹਨਾ 84 ਵੇਲੇ ਵੀ ਬੋਲਦੇ ਰਹੇ ਪਹਿਲਾਂ। ਧਿਆਨ ਰੱਖਣਾ, ਫੇਰ ਹੁਣ ਵੀ ਬੋਲ ਰਹੇ ਨੇ। ਇਹਨਾਂ ਨੇ ਇਤਿਹਾਸ ਨੂੰ ਰਿਪੀਟ ਕਰਦੇ ਰਹਿਣਾ ਹੈ। ਧਿਆਨ ਰੱਖਣਾ, ਐ ਗੁਰਸਿੱਖੋ, ਜੀਵਨ ਵਿੱਚ ਅੱਜ ਸਿੱਖ ਡਰਦਾ ਹੈ। ਧਿਆਨ ਰੱਖਣਾ, ਜੇ ਕਿਤੇ ਸਿੱਖ ਵਾਕਈ ਸਿੱਖ ਹੁੰਦਾ ਉਹ ਡਰਦਾ ਨਾ। ਜੇ ਸਿੱਖ ਵਾਕਈ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੁੰਦਾ ਤੇ ਉਹਨਾਂ ਦੇ ਬਚਨ ਨੇ ਮਨ ਨੂੰ ਸਾਧਿਆ ਹੁੰਦਾ ਹੈ। ਅਸੀਂ ਮਨ ਨੂੰ ਗੁਰ ਸ਼ਬਦ ਰਾਹੀਂ ਸਾਧਿਆ ਨਹੀਂ ਹੈ। ਧਿਆਨ ਰੱਖਣਾ, ਅਸੀਂ ਸਾਧਨ ਵਾਸਤੇ ਮਨ ਨੂੰ ਗੁਰਬਾਣੀ ਨਹੀਂ ਪੜ੍ਹ ਰਹੇ। ਅਸੀਂ ਗੁਰਬਾਣੀ ਇੱਕ ਲੋਕ ਦਿਖਾਵਾ ਹੈ। ਅਸੀਂ ਗੁਰਬਾਣੀ ਡਰਦਿਆਂ ਹੋਇਆਂ ਪੜ੍ਹਦੇ ਹਾਂ। ਧਿਆਨ ਰੱਖਣਾ ਕਿ ਆਹ ਕੰਮ ਮੇਰਾ ਹੋ ਜਾਏ, ਗੁਰਬਾਣੀ ਪੜ੍ਹ ਲਓ, ਹਨਾ। ਭਾਈ ਸਾਹਿਬ ਨੂੰ ਬਿਠਾ ਦੇਣਾ, ਅਖੰਡ ਪਾਠ ਪੂਰਾ ਆਰੰਭ ਕਰ ਦੇਣਾ, ਭੋਗ ਪਾ ਦਿੰਦੇ ਆ, ਕਈ ਬੈਠ ਕੇ ਸੁਣਦਾ ਹੀ ਨਹੀਂ। ਇਸ ਵਾਸਤੇ ਪਾਠ ਨਹੀਂ ਕਰਦੇ ਕਿ ਭਾਈ ਸਾਨੂੰ ਸਮਝ ਆ ਜਾਏ ਕਿ ਮਹਾਰਾਜ ਕੀ ਸਾਨੂੰ ਬਚਨ ਦੇ ਰਹੇ ਨੇ। ਉਹ ਸਮੇਂ ਸੀ, ਕਹਿੰਦੇ ਜਿਸ ਵੇਲੇ ਅਖੰਡ ਪਾਠ ਹੁੰਦੇ ਸੀ, ਕਹਿੰਦੇ ਭਾਈ ਟਾਈਮ ਬਹੁਤ ਘੱਟ ਹੁੰਦਾ ਸੀ। 48 ਘੰਟੇ ਸਿੰਘ ਇਕੱਠੇ ਹੋ ਕੇ ਉਸ ਜੰਗਲਾਂ ਦੇ ਵਿੱਚ ਮਹਾਰਾਜ ਦਾ ਪਾਠ ਕਰਦੇ, ਸੁਣ ਕੇ ਭੋਗ ਪਾ ਕੇ ਉਦੋਂ ਤੱਕ ਉੱਠਦੇ ਨਹੀਂ ਸੀ ਉਹ। ਧਿਆਨ ਰੱਖਣਾ, ਐਸੇ ਸਿੰਘਾਂ ਦੀ ਬਿਰਤੀ ਸੀ। ਅੱਜ ਕਿੱਥੇ ਆ ਅਸੀਂ, ਕਿੱਥੇ ਟਿਕੇ ਹੋਏ ਆ? ਵਿਚਾਰ ਕਰਕੇ ਦੇਖੋ ਜੀ। ਦੰਗਾ ਕਰਤਨਾ ਕਹੂੰ ਅਖਾਰਾ। ਕਹਿੰਦੇ ਸਿੰਘਾਂ ਦਾ ਹੁਣ ਕਿਤੇ ਵੀ ਖਬਰ ਨਹੀਂ ਮਿਲ ਰਹੀ। ਪਹਿਲਾਂ ਤਾਂ ਦੰਗੇ, ਮਹਾਰਾਜ ਕਹਿੰਦੇ ਦੰਗਾ ਹੀ ਸਤਿਗੁਰ ਤੇ ਮੰਗਾ। ਐਸੀ ਉਹਨਾਂ ਦੀ ਸੁਰਤੀ ਬਿਰਤੀ ਸੀ। ਕਹਿੰਦੇ ਡਰਦੇ ਨਹੀਂ ਸੀ ਕਿਸੇ ਚੀਜ਼ ਤੋਂ। ਜੋ ਕੋਈ ਉਹਨਾਂ ਦੇ ਮੂਹਰੇ ਆ ਕੇ ਕੋਈ ਆਪਣੀ ਕਰੂਰਤਾ ਦਿਖਾ ਦੇ ਜਾਂ ਕੋਈ ਆਪਣੀ ਘੱਟ ਬੁੱਧੀ ਵਾਲੀ ਚੀਜ਼ ਵਸਤੂ ਉਹਨਾਂ ਦੇ ਮੂਹਰੇ ਬੋਲ ਜਾਏ, ਕਹਿੰਦੇ ਉਹ ਡਰਦੇ ਨਹੀਂ ਸੀ, ਉਹਨਾਂ ਦਾ ਮੁਕਾਬਲਾ ਕਰਦੇ ਸੀ। ਕਹਿੰਦੇ ਜੀਵਨ ਵਿੱਚ ਨਾ ਸਾਨੂੰ ਉਹਨਾਂ ਦਾ ਕੋਈ ਐਸਾ ਖਬਰ ਆ ਰਹੀ ਹੈ ਤੇ ਨਾ ਉਹਨਾਂ ਨੇ ਕੋਈ ਅਖਾੜਾ ਲਾਇਆ ਹੈ। ਧਿਆਨ ਰੱਖਣਾ, ਨਹੀਂ ਤਾਂ ਸਿੰਘ ਜਿੱਥੇ ਹੁੰਦੇ ਆਪਣੇ ਸ਼ਸਤਰ ਵਿਦਿਆ ਦਾ ਅਖਾੜਾ ਲਾਉਂਦੇ। ਧਿਆਨ ਰੱਖਣਾ, ਉਹਨਾਂ ਦੇ ਵਿੱਚ ਉਹ ਬਹੁਤ ਸਫਲ ਰਹਿੰਦੇ। ਐਸਾ ਸਮੇਂ ਲੰਘ ਰਿਹਾ ਸੀਗਾ। ਕਹਿੰਦੇ ਜਿਹਦੇ ਨਾਲ ਉਹ ਸਰੀਰ ਕਰਕੇ ਵੀ ਤੰਦਰੁਸਤ ਤੇ ਮਨ ਕਰਕੇ ਵੀ ਸ਼ਬਦ ਰਾਹੀਂ ਤੰਦਰੁਸਤ ਰਹਿੰਦੇ ਸਨ। ਇਮ ਕਰ ਕਹਿ ਸਭ ਖਾਲਸਾ ਮਰਾ। ਕਹਿੰਦੇ ਆਏ ਇਹਨਾਂ ਨੇ ਖਾਲਸਾ ਖਤਮ ਕਰਤਾ ਸੀ। ਆਏ ਕਹਿੰਦੇ ਸੀ 4 ਮਹੀਨੇ ਹੋ ਗਏ, ਖਾਲਸੇ ਦੀ ਸੂਹ ਨਹੀਂ ਹੋ ਰਹੀ, ਮਿਲ ਰਹੀ ਸੀ ਇਹਨਾਂ ਨੂੰ। ਬੋਤਾ ਸਿੰਘ ਕਹੂੰ ਵਖ ਰਹਿਓ। ਕਹਿੰਦੇ
ਇਹਨਾਂ ਸਿੰਘਾਂ ਤੋਂ ਕੋਈ ਇੱਕ ਐਸਾ ਸਿੰਘ ਸੀ ਜਿਹਦਾ ਨਾਮ ਸੀ ਬੋਤਾ ਸਿੰਘ, ਜਿਹਦਾ ਜ਼ਿਕਰ ਕਰ ਰਹੇ ਨੇ, ਤਰਨ ਤਾਰਨ ਦੇ ਰਹਿਣ ਵਾਲਾ। ਇਹ ਕਹਿੰਦੇ ਜੀਵਨ ਵਿੱਚ ਇਹ ਥੋੜਾ ਜਿਹਾ ਪਾਸੇ ਰਹਿ ਕੇ ਬਾਣੀ ਪੜ੍ਹਦਾ ਹੁੰਦਾ ਸੀ। ਕਿਨੈ ਫਿਰਤ ਤਹਿ ਦੇਖ ਸੋ ਲਿਓ, ਕਹਿੰਦੇ ਇਹਨੂੰ ਫਿਰਦਿਆਂ ਨੂੰ ਕਿਸੇ ਨੇ ਦੇਖ ਲਿਆ। ਦੇਖਤ ਸੋ ਅਚੰਬੇ ਭਇਓ, ਕਹਿੰਦੇ ਉਹ ਦੇਖ ਕੇ ਬੜਾ ਅਚੰਭਵ ਹੋਏ ਕਿ ਆਲੇ ਸਿੱਖ ਜਿਉਂਦਾ ਹੈ। ਐਸਾ ਉਹਨਾਂ ਦੇ ਅਚੰਭਵ ਹੋ ਗਏ। ਧਿਆਨ ਰੱਖਣਾ, ਅੰਗਰੇਜ਼ਾਂ ਨੇ ਇੱਥੇ ਤੱਕ ਸਿੱਖਾਂ ਦੀ ਉਸ ਵੇਲੇ ਅਵਸਥਾ ਕਰਤੀ ਸੀ ਕਿ ਸਿੱਖ ਬਚਿਆ ਹੀ ਨਹੀਂ ਸੀ। 4-5 ਸਿੱਖ ਬਚੇ ਸੀ ਅੰਮ੍ਰਿਤਸਰ। ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਨੇ ਉਸ ਵੇਲੇ ਬਾਬਾ ਤੇਜਾ ਸਿੰਘ ਜੀ ਨੂੰ ਨਾਲ ਲੈ ਕੇ ਉਹ ਜਿਹੜੇ ਬਚੇ ਹੋਏ ਸਿੱਖ ਸੀ ਨਾ, 4 ਬੱਚੇ ਸੀਗੇ, ਉਹਨਾਂ ਨੂੰ ਵੀ ਕਨਵਰਸ਼ਨ ਦੇ ਵਿੱਚ ਲਿਆ ਕੇ ਅੰਮ੍ਰਿਤਸਰ ਲੈ ਕੇ ਉਹਨਾਂ ਤੋਂ ਲੋਕਾਂ ਦੇ ਵਿੱਚ ਪ੍ਰੋਪਗੈਂਡਾ ਕਰਾ ਰਹੀ ਸੀ ਕਿ ਅਸੀਂ ਸਿੱਖੀ ਛੱਡ ਰਹੇ ਹਾਂ ਤੇ ਅਸੀਂ ਕ੍ਰਿਸਚਨ ਬਣ ਰਹੇ ਹਾਂ। ਐਸਾ ਉਸ ਵੇਲੇ ਸਮੇਂ ਆ ਗਿਆ ਸੀ ਤੇ ਸਿੱਖਾਂ ਨੂੰ ਕਹਿੰਦੇ ਹੁੰਦੇ ਸੀ ਇਹ ਤਾਂ ਅਸੀਂ ਇਹਨਾਂ ਦੇ ਮਿਊਜ਼ੀਅਮ ਦੇ ਵਿੱਚ ਬੁੱਤ ਬਣਾ ਕੇ ਰੱਖਾਂਗੇ, ਲੋਕਾਂ ਨੂੰ ਦਿਖਾਵਾਂਗੇ ਕਿ ਐਸੇ ਸਿੱਖ ਹੁੰਦੇ ਨੇ। ਧਿਆਨ ਰੱਖਣਾ, ਇਹਨਾਂ ਨੇ ਇੱਥੇ ਤੱਕ ਨੌਬਤ ਲਿਆਂਦੀ ਸੀ ਬ੍ਰਿਟਿਸ਼ ਨੇ ਸਾਡੇ ਇਸ ਪੰਜਾਬ ਦੇ ਵਿੱਚ। ਹੁਣ ਵੀ ਉਹੀ ਲਿਆਉਣ ਨੂੰ ਫਿਰਦੇ ਨੇ। ਉੱਥੇ ਹੁਣ ਪਹਿਲਾਂ ਬ੍ਰਿਟਿਸ਼ ਹੁੰਦਾ ਸੀਗਾ, ਹੁਣ ਉੱਥੇ RSS ਦੇ ਹੋਰ ਹਿੰਦੂ ਰਾਸ਼ਟਰ ਬਣਾਉਣ ਵਾਲੇ ਚੱਕਰਾਂ 'ਚ ਪੈ ਗਏ। ਐ ਗੁਰਸਿੱਖੋ, ਗੁਰਸਿੱਖਾਂ ਨਾਲ ਪਿਆਰ ਕਰੋ। ਜੇ ਗੁਰੂ ਸਿੱਖ ਨਾ ਹੁੰਦੇ, ਹਿੰਦੂ ਧਰਮ ਨਾ ਹੁੰਦਾ। ਤਿਰਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਰੂ ਮੈਂ ਸਾਕਾ ਸਾਗਰ ਹੇਤ ਇਤੀ ਜਨ ਕਰੀ। ਮਹਾਰਾਜ ਕਹਿੰਦੇ ਸੀਸ ਦਿਆ ਪਰ ਸੀ ਨਾ ਉਚਰਹੀ। ਕਹਿੰਦੇ ਭਾਈ ਧਰਮ ਹੈ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਕਹਿੰਦੇ ਐਸੀ ਅਵਸਥਾ ਮਹਾਰਾਜ ਨੇ ਆਪਣਾ ਸੀਸ ਦੇ ਕੇ ਇਹਨਾਂ ਨੂੰ ਬਚਾਇਆ ਸੀ। ਅੱਜ ਇਹ ਅਕਿਰਤ ਕੰਨ ਹੋ ਗਏ। ਧਿਆਨ ਰੱਖਣਾ, ਇੱਥੇ ਮਹਾਰਾਜ ਦੇ ਘਰ ਦੇ ਵਿੱਚ ਜੇ ਕਿਤੇ ਮੁਗਲ ਵੀ ਆ ਜਾਂਦੇ ਨਾ, ਮੁਗਲ ਵੀ ਉਹਨਾਂ ਉੱਤੇ ਇਹ ਅਤਿਆਚਾਰ ਕਰਦੇ ਤੇ ਮਹਾਰਾਜ ਉਹਨਾਂ ਨੂੰ ਵੀ ਬਚਾਉਂਦੇ। ਧਿਆਨ ਰੱਖਣਾ, ਸੱਚੇ ਪਾਤਸ਼ਾਹ ਜੀ ਦੀ ਜਿਹੜੀ ਅਵਸਥਾ ਸੀ, ਉਹਨਾਂ ਦੀ ਨਿਗਾਹ ਰੱਬ ਵਰਗੀ ਸੀ। ਉਹ ਸਭ ਦੇ ਵਿੱਚ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ, ਐਸੀ ਉਹਨਾਂ ਦੀ ਅਵਸਥਾ ਸੀ। ਇਹਨੂੰ ਬੁੱਝ ਨਹੀਂ ਰਹੇ। ਇਹ ਕਹਿੰਦੇ ਸਾਡੇ ਵਾਸਤੇ ਲੜੇ ਤੇ ਇਹ ਤਾਂ ਸਿਰਫ ਇਹ ਅਸੀਂ ਇਹਨਾਂ ਨੂੰ ਪਾਲ ਲਿਆ, ਤੁਸੀਂ ਤਾਂ ਜਨਮੇ ਨਹੀਂ ਸੀ ਉਦੋਂ। ਧਿਆਨ ਰੱਖਣਾ, ਉਦੋਂ ਸਿੱਖਾਂ ਨੇ ਤੁਹਾਡੀ ਮਦਦ ਕੀਤੀ। ਧਿਆਨ ਰੱਖਿਓ, ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸੀਸ ਦਿੱਤਾ। ਕਹਿੰਦੇ ਜੀਵਨ ਵਿੱਚ ਇਸ ਤਿਲਕ ਤੇ ਜੰਜੂ ਨੂੰ ਰੱਖਣ ਵਾਸਤੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਧਿਆਨ ਰੱਖਣਾ, ਠੀਕਰ ਫੋੜ ਦਰੀ ਸਿਰ ਪ੍ਰਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂ ਆਨ। ਤੇਗ ਬਹਾਦਰ ਕੇ ਚਰਤ ਭਇਓ ਜਗਤ ਕੋ ਸੋਖ ਹੈ ਸਭ ਜਗ ਭਇਓ। ਜੈ 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 ਸੁਰਲੋਕ। ਐਸੀ ਉਹਨਾਂ ਦੀ ਅਵਸਥਾ ਸੀ ਜੀ। ਕਹਾ ਸਿੰਘ ਜੈ ਜੀਵਤ ਰਹਿਓ, ਕਹਿੰਦੇ ਕਿਤੇ ਕਿਤੇ ਕੋਈ ਸਿੰਘ ਕਹਿੰਦੇ ਜੀਵਤ ਰਹੇ। ਇਹਨਾਂ ਨੂੰ ਦੇਖ ਕੇ ਮੁਗਲ ਕਹਿੰਦੇ ਹਾਲੇ ਜਿਉਂਦੇ ਨੇ ਸਿੱਖ। ਐਸਾ ਉਹਨਾਂ ਦੀ ਬਿਰਤੀ ਬਣੀ ਹੋਈ ਹੈ। ਐਸੇ ਦੇਖਣ ਵਾਰਨ ਕਹਿਓ, ਕਹਿੰਦੇ ਐਸੇ ਦੇਖਣ ਵਾਲੇ ਕਹਿੰਦੇ ਸਨ ਹੋਵਗ ਭੇਖੀ ਕੋ ਜਹ ਰਹਿਓ। ਤੇ ਉਹ ਇੱਕ ਕਹਿੰਦਾ ਜੀ ਇਹ ਤਾਂ ਭੇਖੀ ਜ਼ਰੂਰ ਹੋ ਸਕਦਾ, ਜੇ ਇੱਕ ਅੱਧਾ ਬਚ ਗਿਆ ਨਾ ਸਿੱਖ, ਇਹ ਭੇਖੀ ਹੋ ਸਕਦਾ। ਜਿਹੜੇ ਸਿੱਖ ਨੇ ਉਹ ਤਾਂ ਅਸੀਂ ਛੱਡੇ ਨੇ ਤਾਂ ਮਾਰ ਤੇ ਖਤਮ ਕਰਤੇ। ਧਿਆਨ ਰੱਖਣਾ, ਹਿੰਦੁਸਤਾਨ ਦੀ ਸਰਕਾਰ ਦੇਖੋ ਕਿੱਥੇ ਕਿੱਥੇ ਤੱਕ ਜਾ ਕੇ ਬੰਦਿਆਂ ਨੂੰ ਮਾਰ ਰਹੀ ਹੈ। ਧਿਆਨ ਰੱਖੋ, ਕਿੱਥੇ ਕਿੱਥੇ ਤੱਕ ਜਾ ਕੇ। ਜਿਹੜਾ ਜਹਾਜ਼ ਸੱਟਿਆ ਕਨਿਸ਼ਕਾ, ਕਹਿੰਦੇ ਇਹਦਾ ਸਾਰਾ ਆਰੋਪ ਸਿੱਖਾਂ ਤੇ ਲਾਤਾ। ਧਿਆਨ ਰੱਖੋ, ਇਹ ਇਹਨਾਂ ਦੀ ਏਜੰਸੀਆਂ ਕੰਮ ਕਰਦੀਆਂ ਨੇ, ਇਹ ਬੰਦਿਆਂ ਨੂੰ ਮਰਵਾ ਦਿੰਦੇ ਨੇ ਤੇ ਆਰੋਪ ਬੰਦਿਆਂ ਤੇ ਲਾਉਂਦੀਆਂ ਨੇ। ਐਸਾ ਇਹਨਾਂ ਦੀ ਬੜੀ ਕੁਟਲ ਨੀਤੀ ਹੈ। ਇਸ ਨੀਤੀ ਨੂੰ ਸਮਝੋ। ਜੇ ਇਸ ਨੀਤੀ ਦੇ ਵਿੱਚ ਅਸੀਂ ਨਾ ਸਹੀ ਤਰੀਕੇ ਨਾਲ ਚੱਲੇ, ਇਹਨਾਂ ਨੇ ਸਾਨੂੰ ਟਾਰਗੇਟ ਕਰਦੇ ਰਹਿਣਾ, ਟਾਰਗੇਟ ਹੁੰਦੇ ਰਹਿਣਾ। ਅਸੀਂ ਗੁਰਸਿੱਖੋ, ਸਾਡੀ ਸੰਸਥਾ ਦੇ ਵਿੱਚ ਪਿਆਰ ਆਉਣਾ ਚਾਹੀਦਾ ਹੈ, ਸਾਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈ, ਸਾਨੂੰ ਇੱਕ ਦੂਜੇ ਦਾ ਦੁੱਖ ਦਰਦ ਦੇ ਉੱਤੇ ਇੱਕਦਮ ਸਾਡਾ ਰਿਫਲੈਕਸ਼ਨਸ ਆਉਣੀਆਂ ਚਾਹੀਦੀਆਂ ਨੇ। ਜੇ ਇਸ ਤਰ੍ਹਾਂ ਨਹੀਂ ਹੋਵਾਂਗੇ ਤੇ ਸਾਡੀ ਵਿਉਂਤਾਂ ਨੂੰ ਅਸੀਂ ਬਣਾਉਣ ਵਾਲੀ ਜਿਹੜੀ ਕਿਰਿਆ ਹੈ ਨਾ, ਸਾਡਾ ਥਿੰਕ ਟੈਂਕ ਹੋਣਾ ਚਾਹੀਦਾ ਹੈ ਨਾ। ਜਦੋਂ ਕੋਈ ਪਲਾਨ ਕਰੋ 3-4 ਪੀੜ੍ਹੀਆਂ ਤਾਂ ਤੁਹਾਡਾ ਪਤਾ ਨਾ ਲੱਗੇ ਤੁਸੀਂ ਕਿੱਥੋਂ ਬੋਲ ਰਹੇ ਹੋ। ਧਿਆਨ ਰੱਖਣਾ, ਐਸੇ ਤੁਹਾਡੀ ਜਦੋਂ ਤੱਕ ਥਿੰਕ ਟੈਂਕ ਨਾ ਹੋਣਗੇ, ਤੁਹਾਡੇ ਦਿਮਾਗ ਵਿਵੇਕ ਬੁੱਧ ਵਾਲੇ ਅੱਗੇ ਨਹੀਂ ਹੋਣਗੇ। ਸਭ ਨਾਲ ਪਿਆਰ ਕਰਨ ਵਾਲਾ ਇਹ ਮਜ਼ਹਬ, ਧਿਆਨ ਰੱਖਣਾ, ਇਹਨਾਂ ਦਰਿਦਰਾਂ ਤੋਂ ਖਤਮ ਹੋ ਜਾਏਗਾ। ਇਹਨਾਂ ਨੇ ਖਤਮ ਕਰਨ ਦੀ, ਖਤਮ ਤਾਂ ਕਾਹਨੂੰ ਹੋਣਾ ਹੈ, ਖਤਮ ਨਹੀਂ ਹੋਏਗਾ, ਪਰ ਇਹਨਾਂ ਨੇ ਨੁਕਸਾਨ ਪਹੁੰਚਾਉਂਦੇ ਰਹਿਣੇ। ਧਿਆਨ ਰੱਖਣਾ, ਗੁਰਸਿੱਖੋ, ਤੁਹਾਡੇ ਕੋਲ ਇੱਕ ਐਸਾ ਵਿਧਾਨ ਹੈ, ਐਸਾ ਵਿਧਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ।
ਇਹ ਐਸਾ ਵਿਧਾਨ ਹੈ ਜਿਹੜੀ ਹਰ ਜਾਤੀ ਦੇ ਵਿੱਚੋਂ ਰੱਬ ਬੋਲਦਾ ਕਰਕੇ ਜਨਾਇਆ ਜਾਂਦਾ ਹੈ। ਇੱਥੇ ਹਰ ਜਾਤੀ ਨਾਲ ਪਿਆਰ ਕੀਤਾ ਜਾਂਦਾ ਹੈ। ਇੱਥੇ ਧਰਮ ਸਾਡਾ ਦਇਆ ਤੇ ਖੜਾ ਹੈ। ਧਿਆਨ ਰੱਖਣਾ, ਧਾਲ ਧਰਮ ਦਇਆ ਕਾ ਬੋਧ। ਧਿਆਨ ਰੱਖਣਾ, ਐਸਾ ਧਰਮ ਅਸੀਂ ਗਿਆਨ ਤੋਂ ਲੈਂਦੇ ਰਹਿੰਦੇ ਹਾਂ। कबीर जहाँ ज्ञान तह धर्म है, जहाँ झूठ तह पाप, जहाँ लोभ तह काल है, जहाँ क्षमा तह आप। ऐसी सिख जीवन की अवस्था है। जे किते दुनिया नूं समझ आ जाए ना, जे दुनिया सिख बन जाए, सिख बन जाए, असी समझा नहीं पा रहे, असी लोगों तक कम्युनिकेट नहीं कर पा रहे। साडी कमजोरियां ने, ध्यान रखना, साडी संस्था ने अज तक श्री गुरु ग्रंथ साहिब जी महाराज जी की बाणी नूं दूजियां भाषावां दे विच कम्युनिकेट करके लोगों तक पहुंचाउण दा कोई यतन नहीं कीता। ध्यान रखना, जदों तक ऐसी दूसरी कम्युनिटीज तक उन्हां दी बाणी तक, उन्हां दे कम्युनिकेशन तक नहीं कम्युनिकेट कर पावांगे इस गुरु महाराज जी दी विजडम नूं, ते समझना असी गुरु दे देनदार, गुरु दे देन। ऐ गुरसिखो, ये रब की बाणी देखो कितनी भाषा ने श्री गुरु ग्रंथ साहिब जी विच, 17 तो वध भाषा ने। फारसी के शब्द ने, संस्कृत के शब्द ने, पश्तो के शब्द ने, सिंधी की बोली है, बंगाली के शब्द ने, मराठी के शब्द ने। महाराज दे 17 तो वध भाषावां ने लिखी गुरमुखी लिपि विच है, स्क्रिप्ट गुरमुखी है। ये भी सानू गुमराह कर दिता। दास ने सवेरे भी जिक्र किया, असीं फिर आपां विचारांगे कदे कि किवें साडे उत्ते जिहड़े भी वाइस चांसलर्स बिठाए जाते सी यूनिवर्सिटीज़ दे विच, वो केवल कम्युनिस्ट बिठाए जाते सी। तुहानूं पता होना चाहिए, पंजाब दे विच जदों तक उन्हां नूं UGC ग्रांट उदों दिंदे सी जदों वो कम्युनिस्ट कंपनी दी जिहड़ी रशिया दी बुक्स आउंदियां सीगीआं, उन्हां नूं जदों तक तुसीं स्टॉल स्कूल्स दे विच नहीं लगाउंदे, उस स्कूल नूं UGC ग्रांट नहीं दिता जांदा सी, नहीं दिता जांदा। दास छोटे हुंदियां देखदा रहा। सो ऐ गुरसिखो विचारो, साडा सारा मलिया मेट कीता सी कम्युनिस्टां ने। ध्यान रखना, ते नेहरू वर्गिਆਂ ने बिठाया सी, अंग्रेज़ां ने उन्होंने दस्सिया सी कि जे सिखां नूं ना काबू कीता, इन्हां दा राज इतना वड्डा हो जाना है कि असीं भी नहीं संभाल सकांगे। ध्यान रखना, ऐसी इस जीवन की अवस्था है। ये सिख रोज जदों अरदास करदा कि कहंदा राज करेगा खालसा, आकी रहे ना कोई। इन्हां दे विच स्पिरिट है राज करन दी। ध्यान रखना, इन्हां कोल संविधान है, इन्हां दे कोल ऐसा विधान है जो सब नाल प्यार करन दा इंफॉर्मेशन दिंदा है ते रब नूं सब दे विच सुणदा है। ध्यान रखना, सब है घट राम बोला है, रामा बोला है, राम बिना को बोला रे। तुसीं देखो अज US खड़ा है, किहदे उत्ते खड़ा है? कहंदे वी ट्रस्ट इन गॉड। डोंट वी ट्रस्ट इन गॉड? We trust in God, that God is there within every human. You trust in God, the God who is in heavens. We don't believe in heavens. We believe in everyone the God resides. हर एक बंदे विच रब वसदा है। ध्यान रखना, घट घट में हर जो बसै। आ ट्रुथ असी लोकां तक प्रिवेल नहीं कर पा रहे, सस्टेनेंस नहीं दे पा रहे। ध्यान रखना, समझा नहीं पा रहे, कम्युनिकेट नहीं कर पा रहे। जिस दिन कम्युनिकेट सही तरीके नाल बच्चे पढ़े लिखे अगले करन लग जान, ते सत करके जानियो दुनिया सिख बन जाएगी। दुनिया इस गुरु ग्रंथ साहिब जी अगे निवन लग जाएगी। तुहानूं पता है जिस श्री गुरु ग्रंथ साहिब जी गुरता गद्दी दित्ती है, वो ब्रिटिश के कोल उत्थे पे ने। ध्यान रखियो, क्राउन लाइब्रेरी 3500 तो वध महाराज के स्वरूप ने उत्थे। ध्यान रखियो, उस वेले दे लिखे हुए महाराज दे टाइम दे, महाराज के टाइम तो लैके महाराजा रणजीत सिंह जी उस वेले के हस्तलिखित ग्रंथ सी ना, ये ब्रिटिश ICS ऑफिसर्स होंदे सीगे। इन्होंने एक एक स्वरूप चक चक के महाराज के रिलिक्स चक चक के बाहर उत्थे इंग्लैंड ले गए। उन्होंने काहदे वास्ते ले गए हो कि महाराज नूं मनदे ने हो? नहीं मनदे, अज भी नहीं दे रहे हो। वो इस वास्ते नहीं मनदे बिकॉज दे वांट टू स्प्रेड क्रिश्चियनिटी ऑल ओवर द वर्ल्ड। उन्हां दी इन्फॉर्मेशन, उन्हां दा मूवमेंट कुछ होर है। साडा मूवमेंट सब नाल प्यार करना है। सबको मीत हम आपन कीना, हम सबना के साजन। ध्यान रखना, साडी जिहड़ी मूवमेंट है, असी हर बंदे नाल प्यार करते हैं, हर जाति नाल प्यार करते हैं। असी किसी नाल नफरत नहीं करते। मेरा गुरु सिखाउंदा ही नहीं सानू। ध्यान रखना, इत्थे नीवीं जाति का भी बंदा बैठ के अमृत छक सकता है। इत्थे नीवीं जाति का बंदा भी लंगर छक सकता है। इत्थे नीवीं जाति का बंदा भी बैठ के साडे नाल बैठ के गुरबाणी के विचार सुन सकता है, जीवन की अवस्था निभा कर सकता है। ऐसी अवस्था महाराज कहते जात का गर्व ना करियो कोई,
ਬ੍ਰਾਹਮਣ ਦੇ ਸੋ ਬ੍ਰਾਹਮਣ ਹੋਈ। ਕਹਿੰਦੇ ਇਸ ਗਰਭ ਤੇ ਚਲੇ ਬਹੁਤ ਵਿਕਾਰਾ। ਕਹਿੰਦੇ ਜੀਵਨ ਦੇ ਵਿੱਚ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ, ਇਸ ਗਰਭ ਤੇ ਚਲੇ ਬਹੁਤ ਵਿਕਾਰ, ਬਹੁਤ ਵਿਕਾਰ। ਸੋ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਸ ਡਿਫਰੈਂਟ। ਐਸਾ ਇੱਕ ਵੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਇਸ ਦੁਨੀਆ ਦੇ ਉੱਤੇ ਸਟੈਬਲਿਸ਼ ਨਹੀਂ ਹੈ। ਧਿਆਨ ਰੱਖਣਾ, ਇੱਕ ਵੀ ਗ੍ਰੰਥ, ਇੱਕ ਵੀ ਸਕ੍ਰਿਪਚਰ, ਇੱਕ ਵੀ ਜਿਨ੍ਹਾਂ ਨੂੰ ਇਹ ਗੁਰੂ ਮੰਨ ਸਕਦੇ ਹੋਣ ਤੇ ਮੰਨਦੇ ਹੋਣ, ਇੱਕ ਵੀ ਐਸਾ ਮਹਾਰਾਜ ਦਾ ਸਰੂਪ ਨਹੀਂ ਹੈ। ਧਿਆਨ ਰੱਖਣਾ, ਜਿਹੜੀ ਰੱਬ ਦੀ ਬਾਣੀ ਕਹਿੰਦੇ ਹੋ ਨਾ ਤੁਸੀਂ, ਇਹ ਰੱਬ ਦੀ ਬਾਣੀ ਦੇਖਣੀ ਤੇ ਬੰਦੇ ਵਿੱਚ ਕਿਵੇਂ ਬੋਲਦਾ, ਇੱਥੋਂ ਸੁਣੋ। ਧਿਆਨ ਰੱਖਣਾ, ਏਕਾ ਸੰਗਤ ਇੱਕ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ। ਕਹਿੰਦੇ ਇੱਕੋ ਹੀ ਘਰ ਦੇ ਵਿੱਚ ਤੁਸੀਂ ਦੋਨੋਂ ਰਹਿਣੇ ਹੋ, ਤੁਸੀਂ ਵੀ ਹੋ ਤੇ ਰੱਬ ਵੀ ਹੈ। ਤੁਸੀਂ ਕਦੇ ਰੱਬ ਨਾਲ ਗੱਲਾਂ ਕੀਤੀਆਂ? ਇਹ ਰੱਬ ਨਾਲ ਗੱਲਾਂ ਹੈ। ਧਿਆਨ ਕਹੋ ਨਾਨਕ ਕਰਤੇ ਕੀਆਂ ਬਾਤਾਂ। ਧਿਆਨ ਇਹ ਕਰਤੇ ਦੀਆਂ ਗੱਲਾਂ ਨੇ। ਜਦੋਂ ਸਿੱਖ ਬੈਠ ਕੇ ਗੱਲ ਕਰਦਾ ਆਪਣੇ ਰੱਬ ਨਾਲ ਕਰਦਾ, ਕਹਿੰਦਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ। ਕਿਵੇਂ ਬੋਲ ਰਿਹਾ? ਕਿਹਨੂੰ ਬੋਲ ਰਿਹਾ? ਘੱਟ ਬੈਠੇ ਰੱਬ ਨੂੰ ਬੋਲ ਰਿਹਾ ਭਾਈ। ਆਖੋ ਸਤਨਾਮ ਵਾਹਿਗੁਰੂ। ਇਸ ਕਮਿਊਨੀਕੇਸ਼ਨ ਨੂੰ ਡਿਵੈਲਪ ਕਰੋ। ਕੋਈ ਬੰਦਾ ਕਮਿਊਨੀਕੇਟ ਕਰਦਾ ਹੈ ਮੈਂ ਕੀਤਾ ਨਾ ਬੋਲੇ। ਹਰ ਬੰਦਾ ਕਮਿਊਨੀਕੇਟ ਕਰਦਾ ਹੈ ਕਹਿ ਸਕੇ ਮੈਂ ਨਹੀਂ ਕੀਤਾ, ਰੱਬ ਨੇ ਕਰਾਇਆ, ਜੇ ਨਾ ਰੱਬ ਕਰਾਉਂਦੇ ਤੇ ਮੈਂ ਨਾ ਕਰ ਸਕਦਾ। ਕਦੋਂ ਬੋਲਣ ਲੱਗਾਂਗੇ ਜੀ? ਕਿਹੜੇ ਜਨਮ 'ਚ ਬੋਲਾਂਗੇ? ਕਿਹੜਾ ਸਾਡੇ ਵਿੱਚ ਐਸੀ ਅਵਸਥਾ ਸਾਡੇ ਅੰਦਰ ਐਨਲਾਈਟਨਮੈਂਟ ਆਏਗੀ? ਕਦੋਂ ਆਏਗੀ? ਗੁਰੂ ਗ੍ਰੰਥ ਸਾਹਿਬ ਤੋਂ ਆਉਣੀ ਹੈ। ਅਸੀਂ ਸ਼ਬਦ ਸੁਰਤ ਦੇਣਾ ਸਿੱਖੋ। ਜਦੋਂ ਬਾਣੀ ਪੜ੍ਹਦੇ ਇੱਧਰ ਉੱਧਰ ਨਾ ਦੇਖੇ ਮਨ ਮੇਰਾ। ਜਦੋਂ ਬਾਣੀ ਪੜ੍ਹਦਾ ਤੇ ਬਾਣੀ ਉਨੀ ਪੜ੍ਹੇ ਜਿਵੇਂ ਇਹਨੂੰ ਸਮਝ ਆ ਰਹੀ ਹੈ। ਜੇ ਨਹੀਂ ਪੜ੍ਹੇ ਤਾਂ ਗੁਟਕਾ ਬੰਦ ਕਰਕੇ ਉੱਠ ਜੇ। ਧਿਆਨ ਰੱਖਣਾ, ਜੀਵਨ ਦੇ ਵਿੱਚ ਸਮਝ ਕੇ ਪੜੋ, ਉਦੋਂ ਫਿਰ ਜੀਵਨ ਜੁੜੇਗਾ ਬਾਣੀ ਨਾਲ। ਕਿਉਂਕਿ ਇਹਨੇ ਜਿਉਂਦਿਆਂ ਸਵਾਸ ਸਵਾਸ ਅੱਠੋ ਪਹਿਰ ਇੱਕਦਮ ਵੀ ਘਟ ਬੈਠੇ ਰੱਬ ਨੂੰ ਨਹੀਂ ਵਿਸਾਰਨਾ ਹੈ ਜੀ, ਨਹੀਂ ਵਿਸਰਨਾ ਹੈ। ਐਸੀ ਸਟੇਟ ਆਫ ਮਾਈਂਡ ਸਾਡੀ ਜਿਉਂਦਿਆਂ ਜੀ ਸਰੀਰ ਦੇ ਛੁੱਟਣ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਜੇ ਮੇਰਾ ਮਨ ਸਰੀਰ ਨੂੰ ਛੱਡ ਜਾਏ ਤੇ ਮੇਰਾ ਮਨ ਨਾ ਮਰੇ ਤੇ ਸਰੀਰ ਮਰ ਜਾਏ, ਮੇਰਾ ਮਨ ਭਟਕੇਗਾ। ਮੇਰਾ ਮਨ ਸਰੀਰ ਦੇ ਛੱਡਣ ਤੋਂ ਪਹਿਲਾਂ ਮਰ ਜਾਏ, ਮਿਟ ਜਾਏ। ਮਨ ਮਾਰੇ ਧਾਤ ਮਰ ਜਾਏ। ਬਿਨ ਮੂਏ ਕੈਸੇ ਹਰ ਪਾਏ। ਕਿਵੇਂ ਰੱਬ ਮਿਲੇਗਾ ਦੱਸੋ? ਮਰਨ ਤੋਂ ਬਾਅਦ ਰੱਬ ਨਹੀਂ ਮਿਲਦਾ। ਬੈਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਨਹੀਂ ਰੱਬ ਮਿਲਦਾ ਹੈ। ਐਸੀ ਭਗਤਾਂ ਦੀ ਅਵਸਥਾ ਸੀ ਜੀ ਇਹ। ਦੋਹਰਾ ਸਿੰਘ ਨਾ ਦੀਸਤ ਹੈ ਕਹੂੰ, ਤੁਰਕਣ ਦੇ ਖਪਾਏ। ਕਹਿੰਦੇ ਤੁਰਕਾਂ ਨੇ ਖਪਾ ਦਿੱਤਾ ਸਿੱਖਾਂ ਨੂੰ, ਸਿੱਖ ਨਹੀਂ ਕੋਈ ਦਿਖ ਰਿਹਾ। ਦੂਜੇ ਕਹਿਓ ਕੋਈ ਰੋਗ ਜਹ, ਕਾਇਰ ਕੂਰ ਲੁਕਾਏ। ਕਹਿੰਦੇ ਕੋਈ ਦੂਜਾ ਹੀ ਹੋਊਗਾ, ਕਾਇਰ ਹੋਏਗਾ, ਜਿਹੜਾ ਲੁਕ ਕੇ ਛੁਪਦਾ ਹੋਊਗਾ। ਇਹ ਸਿੱਖ ਤਾਂ ਨਹੀਂ ਹੈ ਜਿਹੜਾ ਦਿਖ ਰਿਹਾ ਇੱਥੇ। ਚੌਪਾਈ ਖਾਲਸੋ ਸੋ ਜੋ ਨਿਤ ਜੰਗ ਕਰੈ। ਕਹਿੰਦੇ ਉਹ ਖਾਲਸਾ ਹੁੰਦਾ ਹੈ ਜੋ ਨਿਤ ਜੰਗ ਕਰਦਾ ਹੈ, ਡਰਦਾ ਨਹੀਂ ਹੈ। ਖਾਲਸੋ ਸੋ ਨਾ ਮਰਨ ਤੇ ਡਰੈ। ਉਹ ਖਾਲਸਾ ਜੋ ਮਰਨ ਤੋਂ ਡਰਦਾ ਨਹੀਂ ਹੈ, ਮਰਨੇ ਤੇ ਜਗਤ ਡਰੇ। ਜੀਵਿਆ ਲੋੜੈ ਸਭ ਕੋਈ, ਮਰਨੇ ਤੇ ਜਗਤ ਡਰਦਾ, ਖਾਲਸਾ ਨਹੀਂ ਡਰਦਾ। ਖਾਲਸੋ ਸੋ ਜੋ ਦੰਗਾ ਮਚਾਵੇ। ਕਹਿੰਦੇ ਖਾਲਸਾ ਉਹ ਹੈ ਜੋ ਜਦੋਂ ਇਹਨਾਂ ਦੇ ਉੱਤੇ ਕੋਈ ਅਤਿਆਚਾਰ ਕਰਦੇ ਉਸੇ ਵੇਲੇ ਉਹਨੂੰ ਦੰਗ ਦਿੰਦੇ ਨੇ, ਉਹਨੂੰ ਖਤਮ ਕਰ ਦਿੰਦੇ ਨੇ। ਖਾਲਸਾ ਸੋ ਜੋ ਸੀਸ ਲਗਾਵੇ। ਕਹਿੰਦੇ ਉਹੀ ਖਾਲਸਾ ਜਿਹੜਾ ਸੀਸ ਦਿਨ ਤੋਂ ਪਿੱਛੇ ਨਹੀਂ ਹਟਦਾ। ਧਿਆਨ ਰੱਖਣਾ, ਮੋਹਿ ਮਰਨੇ ਕਾ ਚਾਓ ਹੈ, ਮਰੂ ਤਾਂ ਹਰ ਕੇ ਦਵਾਰ, ਮੱਥਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਮਹਾਰਾਜ ਕਹਿੰਦੇ ਹਨ ਭਾਈ ਐਸਾ ਖਾਲਸਾ ਹੁੰਦਾ। ਇਹ ਮੈਨੂੰ ਖਾਲਸੇ ਨਹੀਂ ਨਜ਼ਰ ਆ ਰਹੇ, ਐਸਾ ਉਹਨਾਂ ਨੇ ਮਿਹਣਾ ਮਾਰ ਦਿੱਤਾ। ਦੋਹਰਾ ਬੋਤਾ ਸਿੰਘ ਨੇ ਜੋ ਸੁਣੀ, ਰਹਿਓ ਤਹਾਂ ਹੀ ਖਲੋਏ। ਉੱਥੇ ਹੀ ਖੜ ਗਏ। ਜਿਸ ਵੇਲੇ ਬੋਤਾ ਸਿੰਘ ਨੇ ਗੱਲ ਸੁਣੀ, ਕੰਨ 'ਚ ਗੱਲ ਪੈ ਗਈ, ਮਿਹਣਾ ਪੈ ਗਿਆ, ਉੱਥੋਂ ਕਦਮ ਨਹੀਂ ਚੱਕਿਆ। ਨੂਰਉਦੀਨ ਦੀ ਸਰਾਂ ਦੇ ਕੋਲ ਖੜਾ ਸੀ, ਉੱਥੇ ਹੀ ਖੜ ਗਿਆ ਉਹ। ਜਨ ਬਿਛੂ ਕੋ ਡੰਕ ਲੱਗਿਓ, ਲੱਗੀ ਬੋਲੀ ਸਿੰਘ ਸੋਏ। ਕਹਿੰਦੇ ਆਏ ਖੜ ਗਿਆ ਜਿਵੇਂ ਬਿੱਛੂ ਦਾ ਡੰਗ ਲੱਗ ਗਿਆ ਹੋਵੇ। ਤਾਂ ਆਏ ਸਿੰਘ ਉੱਥੇ ਖੜ ਗਿਆ ਕਿ ਮੈਨੂੰ ਇਤਨਾ ਬੜਾ ਮੈਨਾ ਮਾਰਦਾ, ਸਿੱਖ ਨੂੰ ਇਤਨਾ ਬੜਾ ਮੈਨਾ ਲੱਗ ਗਿਆ, ਉਹਨਾਂ ਦਾ ਜਰ ਨਹੀਂ ਸਕਿਆ। ਚੌਪਾਈ ਸਿੰਘ ਚਿਤ ਜੈ ਨਿਸ਼ਚੈ ਧਾਰੀ। ਕਹਿੰਦੇ ਸਿੰਘ ਨੇ ਉਸੇ ਵੇਲੇ ਨਿਸ਼ਚੈ ਧਾਰਨ ਕਰ ਲਈ ਆਪਣੇ ਚਿੱਤ ਵਿੱਚ। ਸੀਸ ਲਗੇ ਬਿਨ ਗਲ ਨਹੰਕਾਰੀ। ਕਹਿੰਦੇ ਹੁਣ ਇੱਥੇ ਸੀਸ ਲਾ ਦਈਏ, ਸੀਸ ਲੱਗੇ ਤੋਂ ਬਿਨਾ ਇਹ ਗੱਲ ਨਹੀਂ ਹੁਣ ਪੱਕਣੀ। ਸੀਸ ਲਗਾਏ ਚਰਚਾ ਹੋਏ। ਕਹਿੰਦੇ ਸੀਸ ਲਗਾਵਾਂਗੇ ਨਾ ਤਾਂ ਚਰਚਾ ਹੋਏਗੀ। ਜੇ ਅੱਜ ਸਿੱਖਾਂ ਦੀ ਚਰਚਾ, ਉਹਨਾਂ ਨੇ ਸੀਸ ਦਿੱਤੇ ਨੇ। ਧਿਆਨ ਰੱਖਣਾ,
ਕਹਿੰਦੇ ਭਾਈ ਜੇ ਸਿੱਖਾਂ ਨੂੰ ਲੋਕ ਅੱਜ ਸੁਣਦੇ ਨੇ, ਮੰਨਦੇ ਨੇ, ਸਮਝਦੇ ਨੇ, ਕੁਝ ਵੀ ਅੱਜ ਬਣਿਆ ਹੋਇਆ, ਜੇ ਤੁਹਾਡੀ ਹੋਂਦ ਸਾਡੀ ਹੋਂਦ ਬਣੀ ਹੈ, ਇਹ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਉਹਨਾਂ ਦੇ ਸਿਰ ਤੇ ਅਸੀਂ ਐਸ਼ ਕਰ ਰਹੇ ਹਾਂ, ਉਹਨਾਂ ਦੇ ਸਿਰ ਦੇ ਤਾਜ ਸਾਡੇ ਸਿਰਾਂ ਦੇ ਉੱਤੇ ਝੁੱਲ ਰਹੇ ਨੇ। ਕਹਿੰਦੇ ਐਸਾ ਜੀਵਨ ਦੇ ਵਿੱਚ ਸਿੱਖਾਂ ਨੇ ਜਾਣਿਆ ਹੈ, ਕਹਿੰਦੇ ਹੁਣ ਸੀਸ ਦੇਣਾ ਪੈਣਾ ਹੈ। ਬੋਤਾ ਸਿੰਘ ਕਹਿੰਦਾ ਹੈ ਜਗ ਜੋ ਜਾਣੈ ਖਾਲਸੋ ਸੋਏ, ਕਹਿੰਦੇ ਜੱਗ ਨੇ ਫਿਰ ਜਾਣਨਾ ਕਿ ਖਾਲਸਾ ਉਹੀ ਹੈ। ਅਬ ਇਹਾਂ ਕਿਛ ਦੰਗਾ ਮਚਾਈਏ, ਕਹਿੰਦੇ ਆਪਾਂ ਇੱਥੇ ਰੁਕ ਕੇ ਆਪਾਂ ਇਹਨਾਂ ਨੂੰ ਦੰਗ ਦਈਏ, ਇੱਥੇ ਦੰਗਾ ਮਚਾ ਦਈਏ ਕਿ ਐਸਾ ਇਹਨਾਂ ਨੇ ਮੈਣਾ ਮਾਰ ਦਿੱਤਾ ਸਾਡੇ ਤੇ। ਤੁਰਕਣ ਸਿਰ ਦੇ ਝੂਠੇ ਕਰਾਈਏ, ਕਹਿੰਦੇ ਤੁਰਕਾਂ ਦੇ ਸਿਰ ਨੂੰ ਆਪਾਂ ਝੂਠੇ ਦਾ ਕਰਾ ਦਈਏ। ਇਹ ਜਿਹੜਾ ਬੋਲਦੇ ਨੇ ਕਿ ਸਿੱਖ ਰਿਹਾ ਹੀ ਨਹੀਂ, ਖਤਮ ਹੋ ਗਏ, ਕਹਿੰਦੇ ਮੈਂ ਇਹਨਾਂ ਨੂੰ ਜਨਾ ਤਾਂ ਦਈਏ ਆਪਾਂ ਕਿ ਹਾਲੇ ਜਿਉਂਦੇ ਨੇ ਸਿੱਖ। ਫਿਰ ਖਾਲਸੇ ਕੀ ਚਰਚਾ ਹੋਏ, ਕਹਿੰਦੇ ਫਿਰ ਚਰਚਾ ਆਪਣੇ ਆਪ ਹੁੰਦੀ ਰਹੇਗੀ, ਆਪਾਂ ਸੀਸ ਦੇ ਦੋ। ਐਸਾ ਮਰਨ ਤੋਂ ਘਬਰਾਏ ਨਹੀਂ। ਕਹਿੰਦੇ ਭਾਈ ਜਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਅਬ ਕੈਸੇ ਮਰੂ, ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨੀ ਰਾਮ ਨਾ ਜਾਣਿਆ। ਐਸੇ ਸਿੱਖਾਂ ਨੇ ਆਪਣੇ ਅੰਦਰ ਠਾਣ ਲਈ। ਪਾਤਸ਼ਾਹੀ ਦਾਵਾ ਚਾਹੈ ਜੋਏ, ਕਹਿੰਦੇ ਜੋ ਪਾਤਸ਼ਾਹੀ ਦਾ ਦਾਵਾ ਚਾਹੁੰਦਾ ਹੈ, ਦੋਹਰਾ ਰਾਹੇ ਸਰਾਏ ਡੇਰਾ ਦਿਓ, ਚਹੋਂ ਤਰਫ ਲਿਓ ਬਣਾਏ। ਉੱਥੇ ਉਹਨਾਂ ਨੇ ਨੂਰਦੀਨ ਦੀ ਸਰਾਹ ਤੇ ਚੌਰਾਹਾ ਸੀ, ਉਥੋਂ ਸ਼ਾਹੀ ਰਸਤਾ ਲੰਘਦਾ ਹੁੰਦਾ ਸੀ ਲਾਹੌਰ ਤੋਂ ਸਿੱਧਾ ਦਿੱਲੀ ਵੱਲ। ਧਿਆਨ ਰੱਖਣਾ, ਉਹਨਾਂ ਨੇ ਉੱਥੇ ਹੀ ਆਪਣਾ ਗੜ੍ਹ ਬਣਾ ਲਿਆ। ਲੜਕਣ ਜੈਸੀ ਖੇਲ ਜਿਉ, ਗੜਾ ਧਰਾਇਓ ਨਾਏ। ਉਹਨਾਂ ਦਾ ਬੱਚਿਆਂ ਵਰਗਾ ਖੇਡ ਸੀ। ਧਿਆਨ ਰੱਖਣਾ, ਬੱਚਿਆਂ ਵਰਗਾ ਦਾ ਅਰਥ ਇਹ ਕੀ ਨਹੀਂ ਉਹ ਬਚਕਾਨਾ ਖੇਲ ਸੀ, ਐਸਾ ਨਹੀਂ ਹੈ। ਉਹਨਾਂ ਦਾ ਖੇਲ ਐਸਾ ਸੀ ਕਿ ਇੰਨੀ ਔਖੀ ਗੱਲ ਬੱਚਿਆਂ ਵਾਂਗੂ ਕਰਤੀ ਉਹਨਾਂ ਨੇ। ਧਿਆਨ ਰੱਖਣਾ, ਉਹਨਾਂ ਨੇ ਸੁੱਤੇ ਸਿੱਧ ਕਰ ਦਿੱਤੀ। ਉਹਨਾਂ ਨੇ ਉੱਥੇ ਗੜ ਬਣਾ ਦਿੱਤਾ ਲੱਕੜਾਂ ਦਾ ਇਕੱਠਾ ਕਰਕੇ। ਉਹ ਕਹਿੰਦੇ ਅਸੀਂ ਇੱਥੇ ਹੁਣ ਆਪਾਂ ਨੇ ਮਾਮਲਾ ਇਕੱਠਾ ਕਰ ਲੈਣਾ ਹੈ। ਚੌਪਈ ਬੈਠ ਸਿੰਘ ਤੈ ਜਗਾਤ ਲਗਾਈ, ਉਹਨਾਂ ਨੇ ਜਗਾਤ ਲਗਾਤੀ ਉੱਥੇ, ਸਿੰਘਾਂ ਨੇ ਉੱਥੇ ਆਸਣ ਲਾਤੇ, ਲਾ ਕੇ ਕਹਿੰਦੇ ਭਾਈ ਇੱਥੇ ਟੈਕਸ ਅਸੀਂ ਵਸੂਲ ਕਰਨਾ ਹੈ, ਇਹ ਸਾਡਾ ਇਲਾਕਾ ਹੈ। ਹੁਣ ਦੂਜੋ ਸਿੰਘ ਰੰਗ ਰੇਟੋ ਭਇਓ ਆਈ, ਇੱਕ ਰੰਗਰੇਟਾ ਸਿੰਘ। ਧਿਆਨ ਰੱਖਣਾ, ਰੰਗਰੇਟਾ ਕਿਉਂ ਕਹਿੰਦੇ ਨੇ? ਮਹਾਰਾਜ ਕਹਿੰਦੇ ਉਹ ਗੁਰੂ ਦਾ ਬੇਟਾ ਹੈ। ਰੰਗਰੇਟਾ ਅਸੀਂ ਤਾਂ ਕਹਿੰਦੇ। ਧਿਆਨ ਰੱਖਣਾ, ਜਿਨ੍ਹਾਂ ਨੂੰ ਇਹ ਮਜਬੀ ਸਿੰਘ ਕਹਿੰਦੇ ਨੇ ਨਾ, ਕਹਿੰਦੇ ਰੰਗਰੇਟਾ ਗੁਰੂ ਦਾ ਬੇਟਾ। ਇਹੀ ਐਸੇ ਸਿੱਖ ਸੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਲੈ ਕੇ ਆਏ ਸੀ। ਧਿਆਨ ਰੱਖਣਾ, ਮਹਾਰਾਜ ਨੇ ਆਉਣ ਸਾਰ ਗਲੇ ਲਗਾਇਆ ਬੱਚੇ ਨੂੰ, ਕਹਿੰਦੇ ਭਾਈ ਤੂੰ ਰੰਗਰੇਟਾ ਹੈ, ਕਹਿੰਦੇ ਤੂੰ ਗੁਰੂ ਦਾ ਬੇਟਾ ਹੈ। ਕਹਿੰਦੇ ਰੰਗਰੇਟਿਆਂ ਨਾਲ ਲੋਕ ਪਹਿਲਾਂ ਪਿਆਰ ਨਹੀਂ ਕਰਦੇ ਸੀ, ਅੱਜ ਵੀ ਅਸੀਂ ਉਹੀ ਕੰਮ ਕਰਨ ਲੱਗੇ। ਐ ਗੁਰਸਿੱਖੋ, ਰੰਗਰੇਟੇ ਰੱਬ ਦੇ ਬੇਟੇ ਨੇ, ਗੁਰੂ ਦੇ ਬੇਟੇ ਨੇ। ਇਸ ਗੱਲ ਨੂੰ ਸੁਣੋ, ਜੇ ਤੁਸੀਂ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿਓਗੇ, ਤੁਹਾਡੇ ਨਾਲੋਂ ਜ਼ਿਆਦਾ ਉਹਨਾਂ ਦੀ ਕੁਰਬਾਨੀਆਂ ਨੇ। ਜਦੋਂ ਆਪਾਂ ਕੁਰਬਾਨੀਆਂ ਨੂੰ ਗਾਣਾਵਾਂਗੇ ਤੁਸੀਂ ਗਿਣ ਨਹੀਂ ਸਕੋਗੇ। ਐ ਗੁਰਸਿੱਖੋ, ਜੀਵਨ ਦੇ ਵਿੱਚ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਇੱਥੇ ਨੀਚ ਜਾਤ ਜਿਵੇਂ ਹਿੰਦੂ ਕਹਿੰਦੇ ਨੇ, ਇਸ ਤਰ੍ਹਾਂ ਸਾਡੇ ਕੋਲ ਐਸੀ ਕੋਈ ਵਰਜਨਾ ਨਹੀਂ ਹੈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਮਹਾਰਾਜ ਕਹਿੰਦੇ, ਨਾਨਕ ਕਹਿੰਦੇ ਭਾਈ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵਟਿਆ ਸਿਉ ਕਿਆ ਰੀਸ। ਕਹਿੰਦੇ ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਐਸੀ ਸਿੱਖਾਂ ਦੀ ਅਵਸਥਾ ਬਣਨੀ ਚਾਹੀਦੀ ਹੈ। ਅੱਜ ਅਸੀਂ ਦੋ ਬੱਟੇ ਬਾਟੇ ਤਿਆਰ ਕਰਨ ਲੱਗੇ। ਐ ਗੁਰਸਿੱਖੋ ਵਿਚਾਰੋ, ਸਾਨੂੰ ਇੱਕ ਬਾਟੇ ਨਾਲ ਬਾਣੀ ਦਾ ਤੇ ਅੰਮ੍ਰਿਤ ਦੀ ਦਾਤ ਦੇ ਕੇ ਬਾਣੀ ਨਾਲ ਜੋੜਨਾ ਚਾਹੀਦਾ। ਧਿਆਨ, ਅਸੀਂ ਨਫ਼ਰਤ ਨਹੀਂ ਕਰ ਸਕਦੇ, ਸਾਨੂੰ ਨਹੀਂ ਕਰਨੀ ਚਾਹੀਦੀ। ਜਿਹੜੇ ਐਸੇ ਦੋ ਬਾਟੇ ਚਲਾ ਰਹੇ ਨੇ, ਦਾਸ ਬੇਨਤੀ ਕਰਦਾ ਹੈ ਕਿ ਆਓ ਗੁਰੂ ਦੇ ਆਸ਼ੇ ਅਨੁਸਾਰ ਆਓ, ਸਰਕਾਰ ਦੇ ਆਸ਼ੇ ਅਨੁਸਾਰ ਨਾ ਚੱਲੋ। ਇਹ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ। ਐਸੇ ਬਹੁਤ ਸਾਰੀ ਸੰਪਰਦਾਵਾਂ ਨੇ ਜਿਹੜੇ ਦੋ ਬਾਟੇ ਚਲਾਉਂਦੇ ਨੇ ਤੇ ਉਹਨਾਂ ਨੂੰ ਚੌਥਾ ਪੌੜਾ ਕਹਿੰਦੇ ਨੇ। ਧਿਆਨ ਰੱਖਣਾ, ਐ ਗੁਰਸਿੱਖੋ, ਇੱਕ ਬਾਟੇ ਦੇ ਨੂੰ ਮੂੰਹ ਲਗਾਓ। ਆਪਾਂ ਸਭ ਇੱਕ ਰੱਬ ਦੇ ਬੱਚੇ ਆ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਅਸੀਂ ਕਦੋਂ ਕਹਿ ਸਕਾਂਗੇ ਲੋਕਾਂ ਨੂੰ ਕਿ ਭਾਈ ਅਸੀਂ ਰੱਬ ਦੇ ਬੱਚੇ ਆ? ਜਦੋਂ ਤੱਕ ਤੁਸੀਂ ਇੱਕ ਜਗ੍ਹਾ ਤੇ ਮੂੰਹ ਨਹੀਂ ਲਗਾਓਗੇ। ਧਿਆਨ ਰੱਖਣਾ, ਤੁਸੀਂ ਇੱਕ ਰੱਬ ਦੇ ਨੇਮ ਜੀਵਨ ਵਿੱਚ ਕਿਵੇਂ ਪਛਾਣੋਗੇ? ਕਿਵੇਂ ਜਾਣੋਗੇ ਕਿ ਅਸੀਂ ਸਭ ਰੱਬ ਦੇ ਬੱਚੇ ਹਾਂ? ਕਿਵੇਂ ਜਾਣੋਗੇ? ਤੁਸੀਂ ਬਾਣੀ ਨਾਲ ਰੱਬ ਦੇ ਘਰ ਵਿੱਚ ਨਹੀਂ ਪਹੁੰਚ ਸਕਦੇ। ਜਿਹੜੇ ਵਿਤਕਰਾ ਰੱਖਦੇ ਨੇ ਉਹ ਬਾਣੀ ਰਾਹੀਂ ਰੱਬ ਦੇ ਘਰ ਨਹੀਂ ਵਸਦੇ। ਜਿੰਨਾ ਮਰਜ਼ੀ ਗਾ ਲੈਣ। ਧਿਆਨ ਰੱਖਣਾ,
ਸੋ ਆਓ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ। ਦੋਨ ਰੌਲਾ ਦਿਓ ਮਚਾਏ। ਕਹਿੰਦੇ ਉਹਨਾਂ ਦੋਹਾਂ ਨੇ ਉਸੇ ਵੇਲੇ ਨੂਰਦੀਨ ਦੀ ਸਥਰਾ ਦੇ ਉੱਤੇ ਆਪਣੇ ਲੱਕੜਾਂ ਇਕੱਠੀਆਂ ਕਰੀਆਂ, ਗੜ ਬਣਾਤਾ ਤੇ ਉਹਨਾਂ ਨੇ ਰੌਲਾ ਪਾਤਾ ਕਿ ਭਾਈ ਇੱਥੇ ਅਸੀਂ ਖਾਲਸਾ ਪੰਥ ਵਸ ਰਿਹਾ ਹੈ। ਖਬਰ ਲਾਹੌਰ ਜਿਮ ਪੁੱਜੇ ਜਾਏ। ਕਹਿੰਦੇ ਬਾਕੀ ਗੱਲਾਂ ਸੁਣਦੀਆਂ ਹੋਈਆਂ ਲਾਹੌਰ ਤੱਕ ਪਹੁੰਚੀਆਂ ਹਨ। ਦੋਹਰਾ ਔਰ ਚਿੱਠੀ ਥੀ ਤਿੰਨ ਲਿਖੀ, ਜੋ ਸੁਣ ਨਵਾਬ ਜਲ ਜਾਏ। ਉਹਨਾਂ ਨੇ ਚਿੱਠੀ ਲਿਖ ਦਿੱਤੀ, ਜਿਹਨੂੰ ਸੁਣ ਕੇ ਨਵਾਬ ਖਾਨ ਜਿਹੜਾ ਖਾਨ ਬਹਾਦਰ ਸੀ ਨਾ ਲਾਹੌਰ ਦਾ, ਉਹ ਮੱਚ ਪਿਆ। ਚੜੈ ਫੌਜ ਜਿਮ ਤੁਰਤ ਹੀ, ਕਛੂ ਨਾ ਦੇਰ ਲਗਾਏ। ਕਹਿੰਦੇ ਉਹਨੇ ਸੁਣਨ ਸਾਰ ਤੁਰਤ ਫੌਜ ਚੜਾ ਦਿੱਤੀ ਇਸ ਇਲਾਕੇ ਦੇ ਉੱਤੇ ਆਉਣ ਵਾਸਤੇ ਨੂਰਉਦੀਨ ਦੀ ਸਰਾਂ ਤੇ। ਚੌਪਾਈ ਚਿੱਠੀ ਲਿਖੈ ਜੋ ਸਿੰਘ ਬੋਤਾ। ਕਹਿੰਦੇ ਬੋਤੇ ਨੇ ਚਿੱਠੀ ਲਿਖੀ ਹੈ ਸਿੰਘ ਨੇ। ਹੱਥ ਹੈ ਸੋਟਾ ਵਿੱਚ ਰਾਹ ਖੜੋਤਾ। ਕਹਿੰਦੇ ਮੇਰੇ ਹੱਥ 'ਚ ਸੋਟਾ ਤੇ ਮੈਂ ਇੱਥੇ ਖੜਾ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਿੱਖ ਖਤਮ ਕਰਦੇ, ਕਹਿੰਦੇ ਸਿੰਘ ਇੱਥੇ ਖੜਾ ਹੈ ਖਾਲਸਾ। ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ। ਕਹਿੰਦੇ ਆਨਾ ਗੱਡੇ ਨੂੰ ਲਾਤਾ, ਹੁਣ ਸਿੱਖਾਂ ਸਿੰਘਾਂ ਨੇ ਖਾਲਸੇ ਨੇ ਕਹਿੰਦੇ ਇੱਕ ਟਕਾ ਇੱਕ ਪੈਸਾ ਲਾਤਾ ਖੋਤੇ ਨੂੰ। ਕਹਿੰਦੇ ਉਹਨਾਂ ਪਰ ਉਸ ਸਮੇਂ ਦੇ ਵਿੱਚ ਕਹਿੰਦੇ ਗੱਡੇ ਤੇ ਖੋਤਿਆਂ ਉੱਤੇ ਹੀ ਸਮਾਨ ਲੈ ਕੇ ਜਾਂਦੇ ਆਉਂਦੇ ਤੇ ਉਹ ਟੈਕਸ ਭਰਦੇ ਹੁੰਦੇ। ਕਹਿੰਦੇ ਭਾਈ ਸਰਕਾਰ ਲੈਂਦੀ ਹੁੰਦੀ ਸੀ, ਅੱਜ ਖਾਲਸਾ ਸਰਕਾਰ ਲੈ ਰਹੀ ਹੈ। ਆਖ ਭਾਬੀ ਖਾਨੋ ਨੂੰ, ਜੋ ਆਖਿਆ ਸਿੰਘ ਬੋਤਾ। ਜਿਹੜੀ ਖਾਨੋ ਭਾਬੀ ਕਹਿੰਦਾ ਇਹ ਕਹਿੰਦੇ ਨੇ, ਕਹਿੰਦੇ ਇਹ ਜਿਹੜਾ ਲਾਹੌਰ ਦਾ ਸੂਬੇ ਖਾਨ ਸੀ ਉਹਦੀ ਭੈਣ ਸੀ। ਇਹ ਵਿਆਹੀ ਹੋਈ ਸੀ ਇੱਥੇ ਨੂਰਉਦੀਨ ਦੀ ਸਰਾਂ ਦੇ ਕੋਲ, ਮੀਰਕੋਟੀਏ ਦੇ ਕੋਲ। ਇੱਥੋਂ ਦਾ ਇੱਕ ਮੁਸਲਮਾਨ ਖਾਨ ਸੀ, ਉਹਨੂੰ ਵਿਆਹੀ ਹੋਈ ਸੀ। ਉਹ ਸਿੱਖਾਂ ਤੇ ਬਹੁਤ ਅਤਿਆਚਾਰ ਕਰ ਰਹੀ ਸੀ ਖਾਨ ਨੂੰ। ਕਹਿੰਦੇ ਉਹਨੂੰ ਕਹਿ ਦਿਓ ਕਿ ਭਾਈ ਉਹਨਾਂ ਦਾ ਕਹਿੰਦੇ ਦਿਓਰ ਖੜਾ ਇੱਥੇ ਤੁਹਾਨੂੰ ਚਿੱਠੀ ਲਿਖ ਰਿਹਾ ਹੈ। ਦੋਹਰਾ ਖਾਨ ਬਹਾਦਰ ਨਵਾਬ ਕੀ, ਖਾਨੋ ਬੜੀ ਸੋ ਭੈਣ। ਕਹਿੰਦੇ ਖਾਨ ਬਹਾਦਰ ਜਿਹੜਾ ਸੀਗਾ ਇਹ ਨਵਾਬ ਦੀ ਭੈਣ ਸੀ ਬੜੀ। ਫਰਜੁੱਲਾ ਖਾਂ ਕੀ ਇਸਤਰੀ, ਖਾਲਸੇ ਬੜ ਦੁਖ ਦੇਨ। ਇਹ ਫਰਜੁੱਲਾ ਖਾਨ ਦੀ ਇਸਤਰੀ ਸੀ, ਜਿਹੜੀ ਖਾਨ ਬਹਾਦਰ ਦੀ ਭੈਣ ਸੀ ਨਾ ਵੱਡੀ। ਕਹਿੰਦੇ ਇਹ ਫਰਜੁੱਲਾ ਖਾਨ ਦੀ ਇਹ ਘਰਵਾਲੀ ਸੀ। ਕਹਿੰਦੇ ਇਹ ਖਾਲਸਿਆਂ ਨੂੰ ਬਹੁਤ ਅਤਿਆਚਾਰ ਕਰਦੀ, ਲੋਕਾਂ ਦੇ ਉੱਤੇ ਇਹ ਸਿੰਘਾਂ ਦੇ ਉੱਤੇ ਅਤਿਆਚਾਰ ਕਮਾਉਂਦੀ। ਚੌਪਾਈ ਖਾਨੋ ਸੋਣਾ ਦਈ ਫੌਜ ਚੜਾਏ। ਕਹਿੰਦੇ ਖਾਨੋ ਨੇ ਜਿਸ ਵੇਲੇ ਸੁਣਿਆ ਨਾ ਬੀਬੀ ਨੇ, ਉਸ ਵੇਲੇ ਫੌਜ ਚੜਾ ਦਿੱਤੀ ਨੂਰਉਦੀਨ ਦੀ ਸਰਾਂ ਤੇ ਬੋਤੇ ਵੱਲ। ਸੋ ਸਿੰਘਨ ਢਿੱਗ ਪਹੁੰਚੀ ਆਏ। ਕਹਿੰਦੇ ਉਹ ਸਿੰਘਾਂ ਦੇ ਨੇੜੇ ਆ ਗਏ ਫੌਜ। ਖੜੋ ਸਾਥ ਇੱਕ ਥੋ ਤਹਿ ਥਾਏ। ਕਹਿੰਦੇ ਉਹ ਉੱਥੇ ਖੜੋ, ਉਹਨੇ ਦੇਖਣ ਸਾਰ ਉੱਥੇ ਖੜੋਤ ਲੈ ਲਈ। ਉਹਨਾਂ ਨੇ ਸਿੰਘਾਂ ਨੇ ਖੜ ਗਏ ਉੱਥੇ। ਕਹਿੰਦੇ ਉਧਰ ਸਰਕਾਰ ਜਿਹੜੀ ਫੌਜ ਆਈ ਸੀ ਉਹ ਵੀ ਖੜ ਗਈ ਤੇ ਸਿੰਘ ਵੀ ਤਿਆਰ ਹੋ ਗਏ। ਦੂਜੋ ਚੱਲਿਓ ਥੋ ਰਮਣੇ ਦਾਏ। ਕਹਿੰਦੇ ਦੂਜੋ ਚੱਲਿਓ ਸੋ ਰਮਣੇ ਦਾਏ। ਕਹਿੰਦੇ ਜਿਹੜੇ ਇਹ ਦੂਜੇ ਚੱਲੇ ਸੀ ਨਾ, ਇਹ ਆਪਣੇ ਰਮਨ ਵਿੱਚ ਚੱਲ ਰਹੇ ਸੀ, ਆਪਣੇ ਮੌਜ ਵਿੱਚ ਚੱਲ ਰਹੇ ਸੀ। ਕਹਿੰਦੇ ਖਾਲਸੇ ਨੂੰ ਦੇਖ ਕੇ ਉੱਥੇ ਖੜ ਗਏ, ਰੁਕ ਗਏ। ਦੇਖ ਫੌਜ ਮੁੜ ਆਇਓ ਸੋਏ। ਕਹਿੰਦੇ ਜਿਹੜਾ ਦੂਜਾ ਸਿੰਘ ਨਾਲ ਸੀਗਾ, ਮਾਫ ਕਰਨਾ, ਉਹ ਬਾਥਰੂਮ ਵਾਸਤੇ ਜਾ ਰਿਹਾ ਸੀ, ਰਮਨੋਂ ਜਾ ਰਿਹਾ ਸੀ। ਕਹਿੰਦੇ ਉਹਨੇ ਦੇਖਿਆ ਕਿ ਫੌਜ ਆਈ ਹੈ, ਉਹ ਭੱਜ ਕੇ ਵਾਪਸ ਆ ਗਿਆ। ਲਲਕਾਰੋ ਦੀਨ ਗੁਰ ਫਤਿਹ ਬੁਲਾਏ। ਉਹਨਾਂ ਨੇ ਲਲਕਾਰਾ ਦੇਤਾ ਤੇ ਗੁਰਫਤਿਹ ਬੁਲਾਤੀ। ਜਿਹੜਾ ਦੂਜਾ ਆਇਆ ਸੀ ਨਾ, ਜਿਹਨੂੰ ਗਰਜਾ ਸਿੰਘ ਕਹਿ ਰਹੇ ਹਨ, ਉਹਨੇ ਦੂਰੋਂ ਫਤਿਹ ਬੁਲਾਤੀ। ਫੌਜ ਨੇ ਜਿਸ ਵੇਲੇ ਸੁਣੀ, ਉਸੇ ਵੇਲੇ ਉਹ ਸਾਵਧਾਨ ਹੋਏ, ਖੜ ਗਏ ਉੱਥੇ। ਉਹਨਾਂ ਨੇ ਬੁਲਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਆਪਾਂ ਸਮਾਪਤ ਕਰਦੇ ਹਾਂ, ਸਮੇਂ ਹੋ ਗਿਆ। ਢਾਡੀ ਸਿੰਘ ਸਾਹਿਬ, ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਬਹੁਤ ਅੱਛੇ ਬੁਲਾ ਰਹੇ ਨੇ। ਗੁਰੂ ਮਹਾਰਾਜ ਜੀ ਦਾ ਇਤਿਹਾਸ ਨੂੰ ਇਹ ਬਹੁਤ ਪਿਆਰ ਦੇ ਨਾਲ ਸੁਣਾਉਂਦੇ ਨੇ, ਜ਼ਰੂਰ ਸਰਵਣ ਕਰਿਓ। ਸੋ ਗੁਰੂ ਮਹਾਰਾਜ ਜੀ ਦਾ ਇਹ ਸਿੰਘਾਂ ਦਾ ਇਤਿਹਾਸ ਜੋ ਲੜੀਵਾਰ ਚੱਲ ਰਿਹਾ ਇਸ ਸਥਾਨ ਤੇ, ਪੁਰਾਤਨ ਜਿਹੜੀ ਪੰਥ ਪ੍ਰਕਾਸ਼ ਦੀ ਸਰੂਪ ਨੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਦੇ ਲਿਖੇ ਹੋਏ, ਉਹਨਾਂ ਨੂੰ ਸਿੱਖ ਸੰਗਤ ਇੱਥੇ ਬੜੇ ਪਿਆਰ ਦੇ ਨਾਲ ਲੜੀਵਾਰ ਸਰਵਣ ਕਰ ਰਹੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਇਤਿਹਾਸ ਨੂੰ ਸਾਡੇ ਹਿਰਦਿਆਂ ਵਿੱਚ ਵਸਾਵੇ, ਸਾਡੇ ਮਨਾਂ ਵਿੱਚ ਵੀ ਐਸਾ ਚਾਉ ਪੈਦਾ ਹੋਵੇ। ਮੋਹ ਮਰਨੇ ਕਾ ਚਾਉ ਹੈ, ਮਰੂੰ ਤਾਂ ਹਰ ਕੇ द्वार, मत हर पूछे कौन है,
ਪਰਾ ਹਮਾਰੇ ਬਾਹਰ। ਸੋ ਬਾਣੀ ਜੀ ਦਾ ਸਿੱਖਾਂ ਸਿੰਘਾਂ ਦਾ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਟੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਫਤਿਹ ਦਾ ਵਾਜਾ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।